ਸਤਿ ਸ਼੍ਰੀ ਅਕਾਲ ਜੀ। ਸਟੋਰੀਜ਼ ਕਲਾਸਿਕ ਵਿੱਚ ਸਵਾਗਤ ਹੈ। ਦੋਸਤੋ, ਹਾਜ਼ਰ ਹੋਏ ਹਾਂ ਨਵੀਂ ਕਹਾਣੀ ਦੇ ਨਾਲ। ਉਮੀਦ ਕਰਦੇ ਹਾਂ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਵੇਗੀ ਅਤੇ ਤੁਸੀਂ ਲਾਈਕ ਸ਼ੇਅਰ ਵੀ ਜ਼ਰੂਰ ਕਰੋਗੇ। ਦੋਸਤੋ, ਸ਼ੁਰੂ ਕਰਦੇ ਹਾਂ ਆਪਾਂ ਅੱਜ ਦੀ ਕਹਾਣੀ। ਮੈਂ ਗੁੱਸੇ ਵਿੱਚ ਕੱਚ ਦਾ ਗਲਾਸ ਕੰਧ 'ਤੇ ਮਾਰਿਆ ਅਤੇ ਉਸਦੇ ਟੁੱਟਣ ਦੀ ਆਵਾਜ਼ ਸੁਣ ਕੇ ਮੇਰੀ ਬੁੱਢੀ ਸੱਸ ਦੌੜਦੀ ਹੋਈ ਮੇਰੇ ਕਮਰੇ ਤੱਕ ਆ ਗਈ। ਉਸਨੇ ਜਦੋਂ ਸਾਰੇ ਕਮਰੇ ਵਿੱਚ ਕੱਚ ਦੇ ਟੁਕੜੇ ਖਿਲਰੇ ਹੋਏ ਦੇਖੇ ਤਾਂ ਉਹ ਦਰਵਾਜ਼ੇ 'ਤੇ ਹੀ ਰੁਕ ਗਈ ਤੇ ਮੈਨੂੰ ਪੁੱਛਣ ਲੱਗੀ ਕਿ ਬਹੂ, ਕੀ ਹੋਇਆ? ਤੈਨੂੰ ਸੱਟ ਤਾਂ ਨਹੀਂ ਲੱਗੀ? ਗਿਲਾਸ ਕਿਵੇਂ ਟੁੱਟਿਆ? ਮੈਂ ਤਿੱਖੀਆਂ ਨਜ਼ਰਾਂ ਨਾਲ ਆਪਣੀ ਸੱਸ ਵੱਲ ਦੇਖਿਆ ਤਾਂ ਉਹ ਪਰੇਸ਼ਾਨੀ ਨਾਲ ਮੈਨੂੰ ਦੇਖ ਰਹੀ ਸੀ। ਮੈਂ ਗੁੱਸੇ ਵਿੱਚ ਕਿਹਾ, ਗਿਲਾਸ ਟੁੱਟਿਆ ਨਹੀਂ ਹੈ। ਮੈਂ ਗਿਲਾਸ ਨੂੰ ਕੰਧ 'ਤੇ ਮਾਰ ਕੇ ਤੋੜਿਆ ਹੈ, ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਹੁਣ ਮੇਰੇ ਸਬਰ ਦਾ ਬੰਨ੍ਹ ਟੁੱਟ ਰਿਹਾ ਹੈ ਅਤੇ ਕਿਸੇ ਦਿਨ ਮੈਂ ਇਸ ਪੂਰੇ ਘਰ ਨੂੰ ਹੀ ਅੱਗ ਲਗਾ ਦੇਵਾਂਗੀ। ਮੈਂ ਗੁੱਸੇ ਵਿੱਚ ਬੇਕਾਬੂ ਹੋ ਰਹੀ ਸੀ। ਮੇਰੀ ਸੱਸ ਮੇਰੇ ਕਹੇ ਹੋਏ ਬੋਲਾਂ 'ਤੇ ਹੈਰਾਨ ਪਰੇਸ਼ਾਨ ਸੀ ਅਤੇ ਕਹਿਣ ਲੱਗੀ, ਬੇਟਾ ਦੱਸੋ ਤਾਂ ਸਹੀ, ਹੋਇਆ ਕੀ ਹੈ? ਗੁੱਸੇ ਕਿਉਂ ਹੋ ਰਹੀ ਹੈ? ਮੈਂ ਆਪਣੀ ਸੱਸ ਨੂੰ ਕਿਹਾ ਕਿ ਤੇਰੀਆਂ ਕੁੜੀਆਂ ਮੂੰਹ ਉਠਾ ਕੇ ਆ ਜਾਂਦੀਆਂ ਹਨ ਅਤੇ ਤੂੰ ਉਹਨਾਂ ਦੀ ਖਾਤਰ ਦੁਨੀਆ ਜਹਾਨ ਦਾ ਸਮਾਨ ਇਕੱਠਾ ਕਰ ਲੈਂਦੀ ਹੈ। ਕਦੇ ਸੋਚਿਆ ਵੀ ਹੈ ਕਿ ਮੇਰਾ ਪਤੀ ਕਿੰਨੀ ਮਿਹਨਤ ਨਾਲ ਕਮਾਉਂਦਾ ਹੈ? ਉਹ ਪਰਾਏ ਦੇਸ਼ ਵਿੱਚ ਹੈ ਅਤੇ ਤੁਸੀਂ ਇੱਥੇ ਉਸ 'ਤੇ ਪੈਸੇ ਉਡਾਉਣ 'ਤੇ ਲੱਗੀਆਂ ਹੋ। ਮੇਰੀ ਸੱਸ ਮੇਰੀਆਂ ਗੱਲਾਂ ਸੁਣ ਕੇ ਥੋੜ੍ਹੀ ਦੇਰ ਲਈ ਤਾਂ ਚੁੱਪ ਰਹੀ। ਫਿਰ ਕਹਿਣ ਲੱਗੀ, ਮੈਂ ਆਪਣੇ ਬੇਟੇ ਦਾ ਕੋਈ ਪੈਸਾ ਨਹੀਂ ਉਡਾਇਆ। ਮੇਰੀਆਂ ਧੀਆਂ ਜਦੋਂ ਵੀ ਇੱਥੇ ਆਉਂਦੀਆਂ ਹਨ, ਆਉਂਦੇ ਹੋਏ ਉਹ ਖੁਦ ਹੀ ਕੁਝ ਨਾ ਕੁਝ ਸਮਾਨ ਜ਼ਰੂਰ ਲੈ ਕੇ ਆਉਂਦੀਆਂ ਹਨ। ਹੁਣ ਵੀ ਰਜਨੀ ਸਮੋਸੇ ਲੈ ਕੇ ਆਈ ਸੀ ਅਤੇ ਪ੍ਰੀਤ ਜਲੇਬੀਆਂ ਲੈ ਕੇ ਆਈ ਸੀ। ਅੱਜ ਸਵੇਰੇ ਸਾਰਿਆਂ ਨੇ ਬੈਠ ਕੇ ਉਹੀ ਤਾਂ ਖਾਧਾ ਸੀ। ਤੈਨੂੰ ਵੀ ਬੁਲਾਇਆ ਸੀ, ਪਰ ਤੂੰ ਬਿਨਾਂ ਪੂਰੀ ਗੱਲ ਜਾਣੇ ਹੀ ਮੇਰੇ 'ਤੇ ਇਲਜ਼ਾਮ ਲਗਾ ਦਿੱਤਾ ਕਿ ਮੈਂ ਪੁੱਤ ਦੀ ਕਮਾਈ ਆਪਣੀਆਂ ਧੀਆਂ 'ਤੇ ਉਡਾਉਂਦੀ ਹਾਂ। ਮੈਂ ਉਹਨਾਂ ਮਾਵਾਂ ਵਿੱਚੋਂ ਨਹੀਂ ਹਾਂ ਜਿਨ੍ਹਾਂ ਨੂੰ ਆਪਣੇ ਪੁੱਤ ਦੀ ਕਮਾਈ ਦਾ ਅਹਿਸਾਸ ਹੀ ਨਾ ਹੋਵੇ। ਮੇਰੀ ਸੱਸ ਦੀਆਂ ਅੱਖਾਂ ਵਿੱਚੋਂ ਹੰਝੂ ਆਉਣ ਲੱਗੇ, ਪਰ ਫਿਰ ਵੀ ਉਹ ਹਲਕੀ ਜਿਹੀ ਆਵਾਜ਼ ਵਿੱਚ ਮੈਨੂੰ ਕਹਿਣ ਲੱਗੀ, ਆ ਜਾ ਰੂਬੀ ਬੇਟਾ, ਸਮੋਸੇ ਠੰਡੇ ਹੋ ਰਹੇ ਹਨ। ਹੁਣ ਤਾਂ ਮੈਂ ਤੈਨੂੰ ਸਭ ਕੁਝ ਦੱਸ ਦਿੱਤਾ ਹੈ ਤੇ ਹੁਣ ਤਾਂ ਤੇਰਾ ਗੁੱਸਾ ਵੀ ਉਤਰ ਗਿਆ ਹੋਵੇਗਾ। ਇਹ ਕਹਿ ਕੇ ਉਹ ਗੱਲ ਬਦਲਣ ਲੱਗੀ ਤਾਂ ਮੇਰੇ ਤੋਂ ਖਾਮੋਸ਼ ਨਾ ਰਿਹਾ ਗਿਆ, ਬਲਕਿ ਮੈਂ ਪਿੱਛੋਂ ਉੱਚੀ ਆਵਾਜ਼ ਵਿੱਚ ਚੀਕਦੀ ਹੋਈ ਕਹਿਣ ਲੱਗੀ, ਮੈਂ ਸਭ ਜਾਣਦੀ ਹਾਂ। ਇਹ ਸਭ ਨਾਟਕ ਹਨ ਕਿ ਰਜਨੀ ਸਮੋਸੇ ਲਿਆਈ ਹੈ ਅਤੇ ਪ੍ਰੀਤ ਫਲ ਤੇ ਜਲੇਬੀਆਂ ਲਿਆਈ ਹੈ। ਕੁਝ ਨਹੀਂ ਲੈ ਕੇ ਆਈਆਂ, ਬਲਕਿ ਇਹ ਤਾਂ ਆਉਂਦੀਆਂ ਹੀ ਤਾਂ ਹਨ ਕਿ ਆਪਣੇ ਭਰਾ ਦਾ ਪੈਸਾ ਅਸੀਂ ਪੂਰੀ ਤਰ੍ਹਾਂ ਉਡਾ ਸਕੀਏ। ਮੇਰੀ ਸੱਸ ਨੇ ਬਸ ਪਲਟ ਕੇ ਇੱਕ ਵਾਰ ਮੇਰੇ ਵੱਲ ਦੇਖਿਆ। ਉਸ ਦੀਆਂ ਅੱਖਾਂ ਵਿੱਚ ਨਾਰਾਜ਼ਗੀ ਸੀ ਅਤੇ ਫਿਰ ਉਹ ਵਾਪਸ ਮੇਰੇ ਕਮਰੇ ਤੋਂ ਬਾਹਰ ਚਲੀ ਗਈ। ਕੁਝ ਦੇਰ ਮੈਂ ਆਪਣੇ ਕਮਰੇ ਦੇ ਵਿੱਚ ਟਹਿਲਦੀ ਰਹੀ ਅਤੇ ਫਿਰ ਦੱਬੇ ਪੈਰੀਂ ਕਮਰੇ ਵਿੱਚੋਂ ਬਾਹਰ ਨਿਕਲੀ ਤਾਂ ਜੋ ਦੇਖ ਸਕਾਂ ਕਿ ਕੀ ਹੋ ਰਿਹਾ ਹੈ। ਬਾਹਰ ਦੇਖਿਆ ਤਾਂ ਮੇਰੀ ਸੱਸ ਤੇ ਨਣਦ ਬੈਠ ਕੇ ਸਮੋਸੇ ਖਾ ਰਹੀਆਂ ਸੀ ਅਤੇ ਨਾਲ ਹੀ ਬੈਠੀ ਮੇਰੀ ਵੱਡੀ ਨਣਦ ਰਜਨੀ ਕਹਿ ਰਹੀ ਸੀ, ਕੀ ਮਾਂ, ਤੈਨੂੰ ਭਾਬੀ ਦੇ ਕੋਲ ਜਾਣ ਦੀ ਜ਼ਰੂਰਤ ਹੀ ਕੀ ਸੀ? ਮਾਂ, ਤੂੰ ਭਾਬੀ ਦੇ ਸੁਭਾਅ ਬਾਰੇ ਨਹੀਂ ਜਾਣਦੀ। ਉਸ ਨੂੰ ਕਦੇ ਵੀ ਤੁਹਾਡੀ ਕਿਸੇ ਵੀ ਗੱਲ 'ਤੇ ਯਕੀਨ ਨਹੀਂ ਆਵੇਗਾ। ਉਸ ਨੂੰ ਤਾਂ ਬਸ ਇਹੀ ਲੱਗਦਾ ਹੈ ਕਿ ਅਸੀਂ ਸਾਰੇ ਮਿਲ ਕੇ ਉਸ ਦੇ ਪਤੀ ਦੇ ਪੈਸੇ ਉਡਾਉਂਦੀਆਂ ਹਾਂ, ਜਦੋਂ ਕਿ ਸੱਚ ਤਾਂ ਇਹ ਹੈ ਕਿ ਉਹ ਖੁਦ ਪਾਣੀ ਦੀ ਤਰ੍ਹਾਂ ਪੈਸਾ ਵਹਾਉਂਦੀ ਹੈ ਅਤੇ ਉਸ ਨੂੰ ਵੀਰੇ ਦੀ ਮਿਹਨਤ ਦਾ ਜ਼ਰਾ ਵੀ ਖਿਆਲ ਨਹੀਂ ਹੈ। ਮੇਰੀ ਨਣਦ ਦੀ ਇਸ ਗੱਲ ਨੇ ਮੇਰੇ ਅੰਦਰ ਅੱਗ ਲਗਾ ਦਿੱਤੀ ਸੀ। ਮੈਂ ਬਹੁਤ ਜ਼ਿਆਦਾ ਗੁੱਸੇ ਵਿੱਚ ਉਹਨਾਂ ਦੇ ਕੋਲ ਗਈ ਅਤੇ ਪੂਰੇ ਗੁੱਸੇ ਵਿੱਚ ਮੈਂ ਕਿਹਾ, ਅੱਜ ਤੋਂ ਬਾਅਦ ਮੇਰੇ ਘਰ ਵਿੱਚ ਨਾ ਆਉਣਾ। ਤੁਸੀਂ ਇੱਥੇ ਆ ਕੇ ਨਾ ਸਿਰਫ ਇਸ ਘਰ ਦਾ ਮਾਹੌਲ ਖਰਾਬ ਕਰਦੀਆਂ ਹੋ, ਬਲਕਿ ਮੰਮੀ ਜੀ ਨੂੰ ਵੀ ਮੇਰੇ ਖਿਲਾਫ ਭੜਕਾਉਂਦੀਆਂ ਹੋ। ਮੇਰੀ ਗੱਲ ਸੁਣ ਕੇ ਰਜਨੀ ਰੋਂਦੇ ਹੋਏ ਖੜੀ ਹੋ ਗਈ ਅਤੇ ਆਪਣੀ ਮਾਂ ਨੂੰ ਕਹਿਣ ਲੱਗੀ ਕਿ ਅੱਜ ਤੋਂ ਬਾਅਦ ਮੈਂ ਇਸ ਘਰ ਵਿੱਚ ਕਦੀ ਨਹੀਂ ਆਵਾਂਗੀ। ਮੰਮੀ, ਤੁਸੀਂ ਖੁਦ ਹੀ ਮੈਨੂੰ ਮਿਲਣ ਲਈ ਆ ਜਾਣਾ। ਮੇਰੀ ਸੱਸ ਰਜਨੀ ਨੂੰ ਰੋਕਣ ਲੱਗੀ, ਪਰ ਉਸਨੇ ਆਪਣਾ ਸਮਾਨ ਇਕੱਠਾ ਕੀਤਾ ਅਤੇ ਆਪਣੇ ਦੋਵਾਂ ਬੱਚਿਆਂ ਦਾ ਹੱਥ ਫੜਿਆ ਅਤੇ ਇਹ ਕਹਿੰਦੀ ਹੋਈ ਚਲੀ ਗਈ ਕਿ ਉਹ ਰਿਕਸ਼ਾ ਲੈ ਕੇ ਆਪਣੇ ਘਰ ਚਲੀ ਜਾਵੇਗੀ। ਜਦੋਂ ਕਿ ਛੋਟੀ ਨਣਦ ਪ੍ਰੀਤ ਖਾਮੋਸ਼ੀ ਨਾਲ ਕਦੇ ਮੈਨੂੰ ਦੇਖਦੀ ਅਤੇ ਕਦੇ ਆਪਣੀ ਮਾਂ ਨੂੰ। ਮੇਰੀ ਸੱਸ ਨੇ ਮੈਨੂੰ ਕੁਝ ਵੀ ਨਹੀਂ ਕਿਹਾ, ਬਲਕਿ ਉਹ ਉੱਥੋਂ ਉੱਠ ਕੇ ਆਪਣੇ ਕਮਰੇ ਵਿੱਚ ਚਲੀ ਗਈ। ਮੈਂ ਚੰਗੀ ਤਰ੍ਹਾਂ ਜਾਣਦੀ ਸੀ ਕਿ ਉਹ ਮੇਰੇ ਤੋਂ ਡਰਦੀ ਹੈ, ਕਿਉਂਕਿ ਮੈਂ ਛੋਟੀ ਜਿਹੀ ਗੱਲ ਨੂੰ ਪਹਾੜ ਬਣਾ ਕੇ ਆਪਣੇ ਪਤੀ ਨਾਲ ਫੋਨ 'ਤੇ ਕਈ ਘੰਟਿਆਂ ਤੱਕ ਉਸ ਨੂੰ ਸੁਣਾਉਂਦੀ ਰਹਿੰਦੀ ਸੀ। ਇਸ ਲਈ ਮੇਰੀ ਸੱਸ ਮੈਨੂੰ ਡਰਦੀ ਉਫ ਵੀ ਨਹੀਂ ਕਹਿੰਦੀ ਸੀ। ਪ੍ਰੀਤ ਵੀ ਮੰਮੀ ਜੀ ਦੇ ਪਿੱਛੇ ਪਿੱਛੇ ਕਮਰੇ ਵਿੱਚ ਚਲੀ ਗਈ ਅਤੇ ਸਮੋਸੇ ਤੇ ਜਲੇਬੀਆਂ ਉੱਥੇ ਹੀ ਪਏ ਰਹੇ। ਰਜਨੀ ਨੂੰ ਘਰੋਂ ਜਾਂਦਿਆਂ ਦੇਖ ਮੈਨੂੰ ਬਹੁਤ ਸਕੂਨ ਮਿਲਿਆ। ਮੈਂ ਸਕੂਨ ਨਾਲ ਉੱਥੇ ਬੈਠ ਗਈ ਅਤੇ ਮਜ਼ੇ ਨਾਲ ਸਮੋਸੇ ਖਾਣ ਲੱਗੀ। ਗਰਮ-ਗਰਮ ਸਮੋਸੇ ਮੈਨੂੰ ਬੜੇ ਹੀ ਮਜ਼ੇਦਾਰ ਲੱਗ ਰਹੇ ਸੀ, ਕਿਉਂਕਿ ਮੈਨੂੰ ਪਤਾ ਸੀ ਕਿ ਹੁਣ ਰਜਨੀ ਦੁਬਾਰਾ ਇੱਥੇ ਨਹੀਂ ਆਵੇਗੀ। ਮੈਂ ਆਪਣੀ ਇੱਕ ਨਣਦ ਦਾ ਤਾਂ ਪੱਤਾ ਕੱਟ ਚੁੱਕੀ ਸੀ, ਪਰ ਮੈਨੂੰ ਦੋਵੇਂ ਹੀ ਜ਼ਹਿਰ ਲੱਗਦੀਆਂ ਸਨ। ਸਮੋਸੇ ਖਾਣ ਤੋਂ ਬਾਅਦ ਮੈਂ ਜਲੇਬੀਆਂ ਦੀ ਪਲੇਟ ਲਈ
ਅਤੇ ਕਮਰੇ ਵਿੱਚ ਚਲੀ ਗਈ ਅਤੇ ਫਿਰ ਸਿੱਧਾ ਆਪਣੀ ਮੰਮੀ ਨੂੰ ਫ਼ੋਨ ਕੀਤਾ। ਮੈਂ ਮੰਮੀ ਨੂੰ ਆਪਣੇ ਕਾਰਨਾਮਿਆਂ ਬਾਰੇ ਦੱਸਿਆ ਤਾਂ ਉਸਨੇ ਖੁਸ਼ ਹੁੰਦੇ ਕਿਹਾ ਕਿ ਬੇਟੀ, ਜੇਕਰ ਤੂੰ ਇਸੇ ਤਰ੍ਹਾਂ ਚੱਲੇਂਗੀ ਤਾਂ ਬਹੁਤ ਜਲਦ ਸਾਰਾ ਘਰ ਤੇਰਾ ਹੋ ਜਾਵੇਗਾ। ਜਦੋਂ ਨਣਦਾਂ ਘਰ ਵਿੱਚ ਨਹੀਂ ਆਉਣਗੀਆਂ ਤਾਂ ਆਪਣੀ ਸੱਸ ਨੂੰ ਵੀ ਇੱਕ ਕੋਨੇ ਲਗਾ ਦੇਣਾ। ਜਦੋਂ ਉਹ ਬੁੱਢੀ ਕਮਰੇ ਵਿੱਚੋਂ ਨਹੀਂ ਨਿਕਲੇਗੀ ਤਾਂ ਤੇਰਾ ਹੀ ਰਾਜ ਹੋਵੇਗਾ। ਅਸੀਂ ਵੀ ਉੱਥੇ ਆ ਕੇ ਖੂਬ ਐਸ਼ ਕਰਾਂਗੇ। ਮੈਂ ਮੰਮੀ ਨੂੰ ਕਿਹਾ, ਠੀਕ ਹੈ, ਬਸ ਮੰਮੀ ਤੂੰ ਦੇਖਦੀ ਜਾ ਮੈਂ ਕਿਵੇਂ ਇਹਨਾਂ ਸਾਰਿਆਂ ਨੂੰ ਟਿਕਾਣੇ ਲਾਉਂਦੀ ਹਾਂ। ਫਿਰ ਮੇਰੀ ਮੰਮੀ ਨੇ ਮੈਨੂੰ ਕਿਹਾ ਕਿ ਮੈਨੂੰ 15,000 ਰੁਪਏ ਚਾਹੀਦੇ ਸੀ। ਤੇਰੇ ਭਰਾ ਦਾ ਕਾਰੋਬਾਰ ਬਹੁਤ ਹੀ ਮੰਦਾ ਚੱਲ ਰਿਹਾ ਹੈ, ਜਰਾ ਉਸ ਦੀ ਮਦਦ ਕਰ ਦੇ। ਮੇਰੇ ਕੋਲ 20,000 ਰੁਪਏ ਪਏ ਸਨ ਜੋ ਮੇਰੇ ਪਤੀ ਨੇ ਮੈਨੂੰ ਅਲੱਗ ਤੋਂ ਖਰਚੇ ਲਈ ਭੇਜੇ ਸਨ। ਮੈਂ ਉਹ ਪੈਸੇ ਮੰਮੀ ਦੇ ਅਕਾਊਂਟ ਵਿੱਚ ਟ੍ਰਾਂਸਫਰ ਕਰ ਦਿੱਤੇ ਅਤੇ ਮੈਂ ਕਹਿ ਦਿੱਤਾ ਕਿ ਇਸ ਬਾਰੇ ਕਿਸੇ ਨੂੰ ਵੀ ਕੁਝ ਨਾ ਦੱਸਣਾ। ਮੈਂ ਇਸੇ ਤਰ੍ਹਾਂ ਆਪਣੇ ਘਰ ਵਾਲਿਆਂ ਨੂੰ ਚੋਰੀ ਛੁਪੇ ਪੈਸੇ ਦੇ ਦਿਆ ਕਰਦੀ ਸੀ। ਮੇਰਾ ਭਰਾ ਮੇਰੇ ਪੈਸਿਆਂ 'ਤੇ ਹੀ ਚੱਲਦਾ ਸੀ, ਉਹ ਪੈਸੇ ਜੋ ਮੇਰਾ ਪਤੀ ਪ੍ਰਦੇਸ਼ ਵਿੱਚੋਂ ਕਮਾ ਕੇ ਮੇਰੇ ਲਈ ਭੇਜਦਾ ਸੀ। ਮੈਂ ਸਾਰਾ ਦਿਨ ਆਪਣੇ ਕਮਰੇ ਵਿੱਚ ਹੀ ਰਹੀ। ਫਿਰ ਜਦੋਂ ਸ਼ਾਮ ਹੋਈ ਤਾਂ ਮੇਰੇ ਪਤੀ ਦਾ ਫ਼ੋਨ ਆਇਆ ਤਾਂ ਮੈਂ ਫ਼ੋਨ ਉਠਾਉਂਦੇ ਹੀ ਵਿਲਕ ਵਿਲਕ ਕੇ ਰੋਣ ਲੱਗੀ। ਮੈਨੂੰ ਰੋਂਦੀ ਦੇਖ ਮੇਰਾ ਪਤੀ ਬਹੁਤ ਪਰੇਸ਼ਾਨ ਹੋਇਆ ਅਤੇ ਉਸਨੇ ਕਿਹਾ, ਰੂਬੀ ਕੀ ਹੋਇਆ, ਤੂੰ ਰੋ ਕਿਉਂ ਰਹੀ ਹੈ, ਸਭ ਠੀਕ ਤਾਂ ਹੈ। ਮੈਂ ਆਪਣੇ ਪਤੀ ਨੂੰ ਰੋਂਦੇ ਹੋਏ ਦੱਸਿਆ ਕਿ ਅੱਜ ਰਜਨੀ ਅਤੇ ਪ੍ਰੀਤ ਆਈਆਂ ਸੀ। ਰਜਨੀ ਨੇ ਮੇਰੇ ਨਾਲ ਬਹੁਤ ਬਦਤਮੀਜ਼ੀ ਕੀਤੀ ਅਤੇ ਮੰਮੀ ਨੂੰ ਵੀ ਮੇਰੇ ਖਿਲਾਫ ਭੜਕਾਇਆ। ਉਹ ਸਾਡੇ ਦੋਹਾਂ ਵਿੱਚ ਲੜਾਈ ਕਰਵਾਉਣਾ ਚਾਹੁੰਦੀ ਸੀ। ਮੈਂ ਉਸ ਨੂੰ ਸਮਝਾਉਣਾ ਚਾਹਿਆ ਕਿ ਰਜਨੀ ਦੀਦੀ, ਤੁਸੀਂ ਇਸ ਤਰ੍ਹਾਂ ਮੇਰਾ ਘਰ ਅਤੇ ਮੇਰੇ ਰਿਸ਼ਤੇ ਖਰਾਬ ਨਾ ਕਰੋ, ਤਾਂ ਉਹ ਆਪਣਾ ਸਮਾਨ ਚੁੱਕ ਕੇ ਇਹ ਕਹਿ ਕੇ ਚਲੀ ਗਈ ਕਿ ਹੁਣ ਮੈਂ ਜਦੋਂ ਤੇਰਾ ਤਲਾਕ ਕਰਵਾ ਦੇਵਾਂਗੀ ਉਦੋਂ ਹੀ ਇਸ ਘਰ ਵਿੱਚ ਆਵਾਂਗੀ। ਉਹ ਆਪਾਂ ਦੋਹਾਂ ਨੂੰ ਅਲੱਗ ਕਰਨਾ ਚਾਹੁੰਦੀ ਹੈ। ਨਾ ਜਾਣੇ ਤੁਹਾਡੇ ਕੋਲ ਮੇਰੇ ਬਾਰੇ ਕੀ ਝੂਠ ਸੱਚ ਬੋਲ ਕੇ ਸ਼ਿਕਾਇਤ ਕਰੇਗੀ। ਮੈਨੂੰ ਤਾਂ ਬਹੁਤ ਡਰ ਲੱਗ ਰਿਹਾ ਹੈ ਕਿ ਕਿਤੇ ਉਹ ਸੱਚੀ ਹੀ ਤੁਹਾਨੂੰ ਮੇਰੇ ਖਿਲਾਫ ਨਾ ਕਰ ਦੇਵੇ। ਜੇਕਰ ਤੁਸੀਂ ਮੈਨੂੰ ਛੱਡ ਦਿੱਤਾ ਤਾਂ ਮੈਂ ਕਿੱਥੇ ਜਾਵਾਂਗੀ। ਮੈਂ ਰੋ ਰੋ ਕੇ ਆਪਣੇ ਪਤੀ ਨੂੰ ਝੂਠੀ ਕਹਾਣੀ ਸੁਣਾਈ, ਜਿਸ ਤੋਂ ਬਾਅਦ ਉਹ ਅੱਗ ਬਬੂਲਾ ਹੋ ਗਿਆ ਅਤੇ ਗੁੱਸੇ ਵਿੱਚ ਕਹਿਣ ਲੱਗਿਆ, ਨਾ ਜਾਣੇ ਰਜਨੀ ਦੇ ਦਿਮਾਗ ਨੂੰ ਕੀ ਹੋ ਗਿਆ ਹੈ, ਉਹ ਇਹੋ ਜਿਹੀ ਤਾਂ ਨਹੀਂ ਸੀ, ਪਰ ਤੂੰ ਬੇਫਿਕਰ ਰਹਿ, ਕਿਸੇ ਦੀ ਵਜ੍ਹਾ ਨਾਲ ਆਪਣਾ ਘਰ ਖਰਾਬ ਨਹੀਂ ਹੋਵੇਗਾ। ਮੈਂ ਕਿਸੇ ਦੀਆਂ ਗੱਲਾਂ ਵਿੱਚ ਆ ਕੇ ਤੈਨੂੰ ਬੁਰਾ ਭਲਾ ਨਹੀਂ ਕਹਿ ਸਕਦਾ ਅਤੇ ਨਾ ਹੀ ਤੈਨੂੰ ਬੁਰਾ ਸਮਝ ਸਕਦਾ ਹਾਂ। ਮੈਂ ਜਾਣਦਾ ਹਾਂ ਕਿ ਤੂੰ ਕਿੰਨੀ ਚੰਗੀ ਹੈ। ਮੈਂ ਰੋਂਦੇ ਹੋਏ ਆਪਣੇ ਪਤੀ ਨੂੰ ਕਿਹਾ ਕਿ ਮੈਂ ਤਾਂ ਮੰਮੀ ਦਾ ਖਿਆਲ ਰੱਖਣਾ ਚਾਹੁੰਦੀ ਹਾਂ, ਪਰ ਇਹ ਤੁਹਾਡੀਆਂ ਭੈਣਾਂ ਹਨ ਕਿ ਕਦੇ ਮੰਮੀ ਨੂੰ ਸਮੋਸੇ ਖਵਾਉਂਦੀਆਂ ਹਨ ਅਤੇ ਕਦੇ ਜਲੇਬੀਆਂ। ਫਿਰ ਇਹਨਾਂ ਦੇ ਜਾਣ ਤੋਂ ਬਾਅਦ ਮੰਮੀ ਬਿਮਾਰ ਹੋ ਜਾਂਦੀ ਹੈ ਤਾਂ ਫਿਰ ਮੈਨੂੰ ਹੀ ਪਰੇਸ਼ਾਨੀ ਹੁੰਦੀ ਹੈ। ਮੈਂ ਮੰਮੀ ਨੂੰ 10 ਵਾਰ ਬਾਹਰ ਦੀਆਂ ਚੀਜ਼ਾਂ ਖਾਣ ਤੋਂ ਮਨ੍ਹਾ ਕੀਤਾ ਹੈ, ਪਰ ਮੰਮੀ ਨੂੰ ਵੀ ਤਲੀਆਂ ਹੋਈਆਂ ਚੀਜ਼ਾਂ ਖਾਣ ਦਾ ਬੜਾ ਸ਼ੌਕ ਹੈ। ਹੁਣ ਉਹ ਬਿਮਾਰੀ ਦੇ ਨਾਮ 'ਤੇ ਤੁਹਾਡੇ ਤੋਂ ਖੂਬ ਪੈਸੇ ਮੰਗਵਾਏਗੀ ਅਤੇ ਫਿਰ ਉਹ ਸਾਰੇ ਪੈਸੇ ਰਜਨੀ ਅਤੇ ਪ੍ਰੀਤ ਨੂੰ ਦੇ ਦੇਵੇਗੀ। ਮੈਂ ਤਾਂ ਇਹਨਾਂ ਸਾਰੇ ਹਾਲਾਤਾਂ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਈ ਹਾਂ। ਮੇਰਾ ਪਤੀ ਮੈਨੂੰ ਰੋਂਦੀ ਨੂੰ ਦੇਖ ਕੇ ਮੈਨੂੰ ਸਮਝਾਉਣ ਲੱਗਿਆ ਕਿ ਤੂੰ ਫਿਕਰ ਨਾ ਕਰ, ਮੈਂ ਰਜਨੀ, ਪ੍ਰੀਤ ਅਤੇ ਮੰਮੀ ਨੂੰ ਆਪੇ ਦੇਖ ਲਵਾਂਗਾ। ਫਿਰ ਮੈਂ ਆਪਣੀਆਂ ਅੱਖਾਂ ਪੂੰਝੀਆਂ ਅਤੇ ਆਪਣੇ ਪਤੀ ਸਮਰ ਨੂੰ ਕਿਹਾ ਕਿ ਮੈਨੂੰ 20,000 ਰੁਪਏ ਚਾਹੀਦੇ ਹਨ, ਮੈਂ ਨਵੇਂ ਕੱਪੜੇ ਲੈਣੇ ਹਨ। ਇਹ ਸੁਣ ਕੇ ਸਮਰ ਖਾਮੋਸ਼ ਹੋ ਗਿਆ। ਫਿਰ ਮੈਨੂੰ ਕਹਿਣ ਲੱਗਿਆ ਕਿ ਮੈਂ ਪਿਛਲੇ ਮਹੀਨੇ ਘਰ ਦੇ ਖਰਚੇ ਨੂੰ ਛੱਡ ਕੇ ਤੈਨੂੰ ਅਲੱਗ ਤੋਂ 50,000 ਰੁਪਏ ਭੇਜੇ ਸਨ, ਉਸ ਦਾ ਕੀ ਕੀਤਾ ਹੈ। ਇਹ ਸੁਣ ਕੇ ਮੈਨੂੰ ਮਨ ਹੀ ਮਨ ਬਹੁਤ ਗੁੱਸਾ ਆਇਆ ਕਿ ਮੇਰਾ ਪਤੀ ਮੇਰੇ ਤੋਂ ਪਾਈ ਪਾਈ ਦਾ ਹਿਸਾਬ ਮੰਗ ਰਿਹਾ ਹੈ। ਮੈਂ ਕਿਹਾ ਕਿ ਉਹ ਤਾਂ ਘਰ ਦੇ ਖਰਚੇ ਵਿੱਚ ਹੀ ਖਤਮ ਹੋ ਗਏ। ਮਹਿੰਗਾਈ ਹੀ ਇੰਨੀ ਹੈ ਕਿ ਸਾਰੇ ਪੈਸੇ ਘਰ ਦੇ ਖਰਚ ਵਿੱਚ ਹੀ ਲੱਗ ਜਾਂਦੇ ਹਨ। ਮੈਂ ਪਿਛਲੇ 3 ਮਹੀਨਿਆਂ ਤੋਂ ਘਰ ਵਿੱਚ ਇੱਕੋ ਰੰਗ ਦੇ ਹੀ ਕੱਪੜੇ ਪਹਿਨ ਰਹੀ ਹਾਂ। ਹੁਣ ਮੇਰਾ ਦਿਲ ਉਹਨਾਂ ਸੂਟਾਂ ਤੋਂ ਅੱਕ ਚੁੱਕਿਆ ਹੈ। ਮੈਂ ਆਪਣੇ ਲਈ ਨਵੇਂ ਕੱਪੜੇ ਬਣਵਾਵਾਂਗੀ ਅਤੇ ਇਹ ਪੁਰਾਣੇ ਕੱਪੜੇ ਮੈਂ ਨੌਕਰਾਣੀ ਨੂੰ ਦੇ ਦੇਵਾਂਗੀ। ਤਾਂ ਮੇਰਾ ਪਤੀ ਮੈਨੂੰ ਕਹਿਣ ਲੱਗਿਆ ਕਿ ਫਿਲਹਾਲ ਤਾਂ ਮੇਰੇ ਕੋਲ ਐਕਸਟਰਾ ਪੈਸੇ ਬਿਲਕੁਲ ਵੀ ਨਹੀਂ ਹਨ। ਮੈਨੂੰ ਜੋ ਬੋਨਸ ਮਿਲਿਆ ਸੀ ਉਹ ਮੈਂ ਤੈਨੂੰ ਭੇਜ ਦਿੱਤਾ ਸੀ। ਹੁਣ ਤੂੰ ਕੁਝ ਦਿਨ ਇੰਤਜ਼ਾਰ ਕਰ ਲੈ, ਜਦੋਂ ਪੈਸੇ ਆਉਣਗੇ ਤਾਂ ਮੈਂ ਭਿਜਵਾ ਦੇਵਾਂਗਾ। ਸਮਰ ਦੀ ਗੱਲ ਸੁਣ ਕੇ ਮੈਨੂੰ ਬਹੁਤ ਗੁੱਸਾ ਆਇਆ ਅਤੇ ਮੈਂ ਬਿਨਾਂ ਕੁਝ ਕਹੇ ਹੀ ਫ਼ੋਨ ਕੱਟ ਦਿੱਤਾ। ਉਹ ਮੈਨੂੰ ਕੁਝ ਐਕਸਟਰਾ ਪੈਸੇ ਵੀ ਨਹੀਂ ਦੇ ਸਕਦਾ ਸੀ। ਮੈਨੂੰ ਤਾਂ ਲੱਗਦਾ ਸੀ ਕਿ ਪੈਸੇ ਨਾ ਹੋਣ ਦਾ ਝੂਠਾ ਨਾਟਕ ਕਰ ਰਿਹਾ ਹੈ। ਸਾਰੇ ਪੈਸੇ ਆਪਣੀਆਂ ਭੈਣਾਂ ਨੂੰ ਦੇ ਕੇ ਅਤੇ ਮੈਨੂੰ ਹਰੀ ਝੰਡੀ ਦਿਖਾਉਂਦਾ ਹੈ। ਮੈਂ ਸੋਚ ਲਿਆ ਸੀ ਕਿ ਹੁਣ ਮੈਂ ਆਪਣੇ ਪਤੀ ਨੂੰ 2 ਦਿਨਾਂ ਤੱਕ ਫ਼ੋਨ ਨਹੀਂ ਕਰਾਂਗੀ। ਮੇਰੀ ਦੂਜੀ ਨਣਦ ਪ੍ਰੀਤ ਵੀ ਆਪਣੇ ਘਰ ਚਲੀ ਗਈ ਸੀ। ਫਿਰ ਮੈਂ ਕਮਰੇ ਵਿੱਚੋਂ ਬਾਹਰ ਆਈ। ਸਾਡੀ ਕੰਮ ਵਾਲੀ ਬਰਤਨ ਧੋਣ ਅਤੇ ਸਫਾਈ ਕਰਨ ਲਈ ਆਉਂਦੀ ਸੀ ਅਤੇ ਮੈਂ ਸਿਰਫ ਖਾਣਾ ਹੀ ਬਣਾਉਂਦੀ ਸੀ, ਪਰ ਉਹ ਵੀ ਕਦੇ-ਕਦੇ ਮੇਰੀ ਸੱਸ ਹੀ ਬਣਾ ਦਿਆ ਕਰਦੀ ਸੀ, ਕਿਉਂਕਿ ਮੇਰਾ ਨਖਰਾ ਹਮੇਸ਼ਾ ਆਸਮਾਨ 'ਤੇ ਹੀ ਰਹਿੰਦਾ ਸੀ। ਮੇਰੀ ਸੱਸ ਦੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਸੀ
ਕਿ ਘਰ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਲੜਾਈ ਝਗੜਾ ਨਾ ਹੋਵੇ। ਪਰ ਮੈਂ ਫਿਰ ਵੀ ਕੋਈ ਨਾ ਕੋਈ ਬਹਾਨਾ ਲੱਭ ਹੀ ਲੈਂਦੀ ਸੀ ਅਤੇ ਫਿਰ ਖੁਦ ਹੀ ਆਪਣੇ ਪਤੀ ਨੂੰ ਆਪਣੀ ਸੱਸ ਦੇ ਖਿਲਾਫ ਭੜਕਾਉਂਦੀ ਸੀ। ਉਸ ਰਾਤ ਮੇਰੀ ਸੱਸ ਨੇ ਖਾਣਾ ਵੀ ਨਹੀਂ ਖਾਧਾ ਸੀ ਅਤੇ ਉਹ ਭੁੱਖੀ ਹੀ ਆਪਣੇ ਕਮਰੇ ਵਿੱਚ ਬੰਦ ਸੀ। ਜਦੋਂ ਕਿ ਮੈਂ ਆਪਣਾ ਖਾਣਾ ਲੈ ਕੇ ਆਪਣੇ ਕਮਰੇ ਵਿੱਚ ਆ ਗਈ ਅਤੇ ਮਜ਼ੇ ਨਾਲ YouTube 'ਤੇ ਆਪਣੀ ਪਸੰਦ ਦੀ ਫਿਲਮ ਦੇਖ ਰਹੀ ਸੀ। ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਸੀ ਕਿਉਂਕਿ ਮੈਂ ਆਪਣੇ ਸਹੁਰਾ ਪਰਿਵਾਰ ਵਾਲਿਆਂ ਨੂੰ ਆਪਣੀਆਂ ਉਂਗਲਾਂ 'ਤੇ ਨਚਾ ਕੇ ਰੱਖਿਆ ਹੋਇਆ ਸੀ ਅਤੇ ਪਤੀ ਵੀ ਮੇਰੇ ਵੱਸ ਵਿੱਚ ਸੀ। ਬਸ ਮਸਲਾ ਸੀ ਤਾਂ ਸਿਰਫ ਪੈਸਿਆਂ ਦਾ, ਜੋ ਮੈਨੂੰ ਬਹੁਤ ਖਟਕਦਾ ਸੀ ਕਿ ਮੇਰਾ ਪਤੀ ਮੈਨੂੰ ਅਲੱਗ ਤੋਂ ਬਹੁਤ ਸਾਰੇ ਪੈਸੇ ਨਹੀਂ ਭੇਜਦਾ ਸੀ, ਜਦੋਂ ਕਿ ਘਰ ਦੇ ਖਰਚਿਆਂ ਦੇ ਨਾਲ ਹੀ ਥੋੜ੍ਹੇ ਬਹੁਤ ਪੈਸੇ ਉਹ ਮੈਨੂੰ ਵੀ ਭੇਜ ਦਿਆ ਕਰਦਾ ਸੀ। ਫਿਰ ਅਗਲੇ ਹੀ ਦਿਨ ਮੈਨੂੰ ਬਹੁਤ ਜ਼ਿਆਦਾ ਗਰਮੀ ਮਹਿਸੂਸ ਹੋਈ ਤਾਂ ਮੈਂ ਝੱਟ ਹੀ ਸਮਰ ਨੂੰ ਫ਼ੋਨ ਕੀਤਾ ਅਤੇ ਕਿਹਾ ਕਿ ਮੈਨੂੰ ਕਮਰੇ ਵਿੱਚ AC ਲਗਵਾ ਕੇ ਦਿਓ, ਮੇਰੀ ਤਬੀਅਤ ਬਹੁਤ ਖਰਾਬ ਹੋ ਰਹੀ ਹੈ। ਮੇਰੀ ਗੱਲ ਸੁਣ ਕੇ ਸਮਰ ਚੁੱਪ ਹੋ ਗਿਆ ਅਤੇ ਉਸਨੇ ਕਿਹਾ ਕਿ ਦੇਖੋ ਰੂਬੀ, AC ਲਵਾਉਣਾ ਕੋਈ ਮੁਸ਼ਕਲ ਕੰਮ ਨਹੀਂ ਹੈ, ਪਰ ਉਸ ਦਾ ਬਿੱਲ ਭਰਨਾ ਬਹੁਤ ਮੁਸ਼ਕਲ ਹੈ। ਤੂੰ ਵੀ ਜਾਣਦੀ ਹੈ ਕਿ ਬਿੱਲ ਕਿੰਨਾ ਜ਼ਿਆਦਾ ਆਉਂਦਾ ਹੈ। ਫਿਰ ਇੱਦਾਂ ਤਾਂ ਨਹੀਂ ਹੋ ਸਕਦਾ ਕਿ ਮੈਂ ਸਿਰਫ ਇੱਕ AC ਹੀ ਲਗਵਾਵਾਂ, ਉਹ ਵੀ ਸਿਰਫ ਤੇਰੇ ਕਮਰੇ ਵਿੱਚ। ਮੇਰੀ ਮਾਂ ਬੁੱਢੀ ਹੋ ਰਹੀ ਹੈ, ਗਰਮੀ ਤਾਂ ਉਸਦੇ ਲਈ ਵੀ ਓਨੀ ਹੀ ਹੈ। ਜੇਕਰ ਮੈਂ ਇੱਕ AC ਲਗਵਾ ਦੇਵਾਂਗਾ ਤਾਂ ਮੈਨੂੰ ਮਾਂ ਦੇ ਕਮਰੇ ਵਿੱਚ ਵੀ AC ਲਗਵਾਉਣਾ ਪਵੇਗਾ ਅਤੇ 2 ਏਸੀਆਂ ਦਾ ਬਿੱਲ ਮੈਂ ਅਫੋਰਡ ਨਹੀਂ ਕਰ ਸਕਦਾ। ਮੈਂ ਜੋ ਵੀ ਕਮਾਉਂਦਾ ਹਾਂ ਉਹ ਸਭ ਤਾਂ ਭੇਜ ਦਿੰਦਾ ਹਾਂ, ਇਸ ਦੇ ਬਾਵਜੂਦ ਵੀ ਤੈਨੂੰ ਹੋਰ ਪੈਸੇ ਚਾਹੀਦੇ ਹਨ। ਮੈਂ ਇੱਥੇ ਬਹੁਤ ਜ਼ਿਆਦਾ ਸਖਤ ਮਿਹਨਤ ਕਰਕੇ ਪੈਸੇ ਕਮਾਉਂਦਾ ਹਾਂ। ਮੇਰੇ ਕੋਲ ਇੰਨੇ ਪੈਸੇ ਨਹੀਂ ਹਨ ਕਿ ਮੈਂ ਇੰਨਾ ਜ਼ਿਆਦਾ ਬਿੱਲ ਭਰ ਸਕਾਂ। ਮੇਰੇ ਪਤੀ ਨੇ ਮੇਰੀ ਇਸ ਗੱਲ ਤੋਂ ਵੀ ਸਾਫ਼ ਇਨਕਾਰ ਕਰ ਦਿੱਤਾ। ਫਿਰ ਮੈਂ ਗੁੱਸੇ ਵਿੱਚ ਫ਼ੋਨ ਕੱਟ ਦਿੱਤਾ। ਮੈਂ ਜੋ ਵੀ ਆਪਣੇ ਪਤੀ ਤੋਂ ਫਰਮਾਇਸ਼ ਕਰਦੀ ਸੀ, ਉਹ ਮੇਰੀ ਸੱਸ ਦੀ ਵਜ੍ਹਾ ਨਾਲ ਅਧੂਰੀ ਰਹਿ ਜਾਂਦੀ ਸੀ। ਮੇਰੇ ਪਤੀ ਨੂੰ ਬਰਾਬਰੀ ਦਾ ਬੜਾ ਸ਼ੌਂਕ ਸੀ। ਉਸ ਨੂੰ ਇਹ ਹੁੰਦਾ ਸੀ ਕਿ ਜੇ ਉਹ ਕੋਈ ਚੀਜ਼ ਮੈਨੂੰ ਲੈ ਕੇ ਦੇਵੇਗਾ ਤਾਂ ਉਹ ਬਰਾਬਰ ਮਾਂ ਨੂੰ ਵੀ ਲੈ ਕੇ ਦੇਵੇਗਾ। ਮੈਂ ਸਾਰਾ ਦਿਨ ਗਰਮੀ 'ਚ ਮਰਦੀ ਰਹੀ ਅਤੇ ਗਰਮੀ ਦਾ ਸ਼ੋਰ ਮਚਾਉਂਦੀ ਰਹੀ। ਆਖਿਰ ਸ਼ਾਮ ਨੂੰ ਮੈਂ ਆਪਣੀ ਸੱਸ ਨੂੰ ਇਹ ਗੱਲ ਸੁਣਾ ਹੀ ਦਿੱਤੀ ਕਿ ਉਸ ਦੀ ਵਜ੍ਹਾ ਨਾਲ ਸਮਰ ਨੇ ਮੈਨੂੰ AC ਲਗਵਾਉਣ ਤੋਂ ਮਨ੍ਹਾ ਕਰ ਦਿੱਤਾ। ਫਿਰ ਮੇਰੀ ਸੱਸ ਨੇ ਮੇਰੀ ਤਰਫ ਦੇਖਿਆ ਅਤੇ ਮੇਰੇ ਸਾਹਮਣੇ ਹੀ ਸਮਰ ਨੂੰ ਫ਼ੋਨ ਲਾ ਕੇ ਕਹਿਣ ਲੱਗੀ ਕਿ ਸਮਰ ਬੇਟਾ, ਬਹੂ ਨੂੰ AC ਲਗਵਾ ਦੇ ਕਮਰੇ ਵਿੱਚ। ਮੈਨੂੰ ਤਾਂ ਗਰਮੀ ਦੀ ਆਦਤ ਹੈ, ਪਰ ਬਹੂ ਦੀ ਸਿਹਤ ਖਰਾਬ ਹੋ ਜਾਂਦੀ ਹੈ। ਮੇਰੀ ਸੱਸ ਨੇ ਮੇਰੇ ਨਾਲ ਹਮਦਰਦੀ ਕੀਤੀ, ਪਰ ਮੈਨੂੰ ਹੋਰ ਵੀ ਜ਼ਿਆਦਾ ਗੁੱਸਾ ਆ ਗਿਆ ਕਿਉਂਕਿ ਉਹ ਆਪਣੇ ਬੇਟੇ ਦੀਆਂ ਨਜ਼ਰਾਂ ਵਿੱਚ ਚੰਗਾ ਬਣਨਾ ਚਾਹੁੰਦੀ ਸੀ ਅਤੇ ਇਹ ਗੱਲ ਮੈਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਸੀ। ਦੂਜੀ ਤਰਫ ਸਬਰ ਨੇ ਫਿਰ ਉਹੀ ਜਵਾਬ ਦਿੱਤਾ ਕਿ ਉਹ ਇੰਨਾ ਬਿੱਲ ਨਹੀਂ ਭਰ ਸਕਦਾ। ਜਿਵੇਂ ਹੀ ਸੱਸ ਨੇ ਫ਼ੋਨ ਕੱਟਿਆ ਤਾਂ ਮੈਂ ਉਸਨੂੰ ਗੁੱਸੇ ਵਿੱਚ ਆਖਿਆ ਕਿ ਚੰਗਾ ਬਣਨ ਦਾ ਇਹ ਨਾਟਕ ਮੇਰੇ ਸਾਹਮਣੇ ਨਾ ਕਰਿਆ ਕਰ। ਮੈਂ ਸਭ ਜਾਣਦੀ ਹਾਂ, ਮੇਰੀ ਪਿੱਠ ਪਿੱਛੇ ਮੇਰੇ ਖਿਲਾਫ ਆਪਣੇ ਬੇਟੇ ਨੂੰ ਭੜਕਾਉਂਦੀ ਹੈ ਅਤੇ ਮੇਰੇ ਸਾਹਮਣੇ ਚੰਗੀ ਬਣਦੀ ਹੈ। ਮੈਂ ਫਿਰ ਆਪਣੀ ਸੱਸ ਨੂੰ ਹੀ ਗੱਲਾਂ ਸੁਣਾਈਆਂ ਤਾਂ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਅਤੇ ਕਹਿਣ ਲੱਗੀ, ਬਹੂ, ਮੈਂ ਤੇਰਾ ਕੀ ਵਿਗਾੜਿਆ ਹੈ ਜੋ ਹਰ ਗੱਲ 'ਤੇ ਲੜਾਈ ਕਰਦੀ ਹੈ। ਮੈਂ ਚਾਹੁੰਦੀ ਹਾਂ ਕਿ ਘਰ ਦਾ ਮਾਹੌਲ ਖਰਾਬ ਨਾ ਹੋਵੇ, ਇਸ ਲਈ ਮੈਂ ਤੇਰੀਆਂ 100 ਗੱਲਾਂ ਨਜ਼ਰਅੰਦਾਜ਼ ਕਰਦੀ ਹਾਂ। ਮੈਂ ਹਮੇਸ਼ਾ ਤੇਰਾ ਚੰਗਾ ਹੀ ਚਾਹੁੰਦੀ ਹਾਂ ਅਤੇ ਤੇਰੇ ਸਿਰ 'ਤੇ ਘਰ ਦੀ ਵੀ ਕੋਈ ਜ਼ਿੰਮੇਵਾਰੀ ਨਹੀਂ। ਤੂੰ ਚਾਹੇ ਘਰ ਦਾ ਕੰਮ ਕਰ, ਚਾਹੇ ਕਮਰੇ ਵਿੱਚ ਬੈਠ, ਮੈਨੂੰ ਕੋਈ ਪਰੇਸ਼ਾਨੀ ਨਹੀਂ ਹੈ। ਮੈਂ ਤੈਨੂੰ ਕਦੇ ਵੀ ਰੋਕਿਆ ਟੋਕਿਆ ਨਹੀਂ, ਪਰ ਤੂੰ ਫਿਰ ਵੀ ਮੈਨੂੰ ਬਹੁਤ ਬੁਰਾ ਭਲਾ ਕਹਿੰਦੀ ਹੈ। ਜਦੋਂ ਮੇਰੀ ਸੱਸ ਹੰਝੂ ਵਹਾਉਣ ਲੱਗੀ ਤਾਂ ਮੈਂ ਆਪਣੇ ਪੈਰ ਪਿਛਾਂਹ ਨੂੰ ਖਿੱਚਦੀ ਹੋਈ ਆਪਣੇ ਕਮਰੇ ਵਿੱਚ ਆ ਗਈ। ਮੈਨੂੰ ਆਪਣੀ ਸੱਸ ਨਾਲ ਬਹੁਤ ਜ਼ਿਆਦਾ ਨਫ਼ਰਤ ਸੀ। ਜੇਕਰ ਉਹ ਮੇਰੀ ਜ਼ਿੰਦਗੀ ਵਿੱਚ ਨਾ ਹੁੰਦੀ ਤਾਂ ਸ਼ਾਇਦ ਮੈਂ ਵੀ ਆਪਣੇ ਪਤੀ ਦੇ ਨਾਲ ਪਰਦੇਸ ਵਿੱਚ ਰਹਿ ਰਹੀ ਹੁੰਦੀ। ਅਤੇ ਫਿਰ ਮੈਨੂੰ ਅਚਾਨਕ ਹੀ ਖਿਆਲ ਆਇਆ ਕਿ ਕਿਉਂ ਨਾ ਮੈਂ ਸਭ ਕੁਝ ਛੱਡ ਕੇ ਕੁਝ ਸਮੇਂ ਲਈ ਆਪਣੇ ਪਤੀ ਦੇ ਕੋਲ ਚਲੀ ਜਾਵਾਂ। ਸਮਰ ਮੇਰੇ ਖਰਚੇ ਲਈ ਜੋ ਵੀ ਪੈਸੇ ਭੇਜਦਾ ਹੈ, ਉਹਨਾਂ ਪੈਸਿਆਂ ਦਾ ਮੈਂ ਵੀਜ਼ਾ ਅਤੇ ਟਿਕਟ ਤਾਂ ਲੈ ਹੀ ਸਕਦੀ ਹਾਂ। ਜੇਕਰ ਮੈਂ ਸਮਰ ਨੂੰ ਬਿਨਾਂ ਦੱਸੇ ਉਸ ਕੋਲ ਪਹੁੰਚ ਜਾਂਦੀ ਹਾਂ ਤਾਂ ਉਸ ਨੂੰ ਮੈਨੂੰ ਆਪਣੇ ਕੋਲ ਰੱਖਣਾ ਹੀ ਪਵੇਗਾ। ਕੁਝ ਸਮਾਂ ਤਾਂ ਉੱਥੇ ਮੈਂ ਸਕੂਨ ਦੀ ਜ਼ਿੰਦਗੀ ਗੁਜ਼ਾਰ ਕੇ ਆਵਾਂਗੀ ਅਤੇ ਫਿਰ ਮੈਨੂੰ ਇਹ ਵੀ ਪਤਾ ਲੱਗ ਜਾਵੇਗਾ ਕਿ ਮੇਰਾ ਪਤੀ ਉੱਥੇ ਕਿੰਨੀ ਐਸ਼ਪ੍ਰਸਤੀ ਨਾਲ ਜ਼ਿੰਦਗੀ ਗੁਜ਼ਾਰ ਰਿਹਾ ਹੈ। ਮੈਂ ਚੰਗੀ ਤਰ੍ਹਾਂ ਜਾਣਦੀ ਹਾਂ ਕਿ ਬਾਹਰਲੇ ਮੁਲਕ ਦੀ ਜ਼ਿੰਦਗੀ ਬੜੀ ਲਗਜ਼ਰੀ ਹੁੰਦੀ ਹੈ। ਮੈਨੂੰ ਯਕੀਨ ਸੀ ਕਿ ਮੇਰਾ ਪਤੀ ਵੀ ਉੱਥੇ ਐਸ਼ੋ ਆਰਾਮ ਦੀ ਜ਼ਿੰਦਗੀ ਗੁਜ਼ਾਰ ਰਿਹਾ ਹੋਵੇਗਾ। ਇਹੀ ਸੋਚ ਕੇ ਮੈਂ ਪੈਸੇ ਜਮ੍ਹਾਂ ਕਰਨੇ ਸ਼ੁਰੂ ਕਰ ਦਿੱਤੇ ਤਾਂ ਕਿ ਮੈਂ ਖੁਦ ਜਾ ਕੇ ਆਪਣੀਆਂ ਅੱਖਾਂ ਨਾਲ ਦੇਖ ਸਕਾਂ ਕਿ ਮੇਰਾ ਪਤੀ ਉੱਥੇ ਖੁਦ ਕਿੰਨੇ ਪੈਸੇ ਉਡਾਉਂਦਾ ਹੈ ਅਤੇ ਕਿੰਨੇ ਪੈਸੇ ਸਾਨੂੰ ਭੇਜਦਾ ਹੈ, ਅਤੇ ਮੈਂ ਖੁਦ ਵੀ ਕੁਝ ਸਮਾਂ ਉੱਥੇ ਐਸ਼ੋ ਆਰਾਮ ਦੀ ਜ਼ਿੰਦਗੀ ਗੁਜ਼ਾਰ ਕੇ ਆਵਾਂ। ਅਤੇ ਨਾਲੇ ਮੈਂ ਉੱਥੇ ਜਿੰਨਾ ਸਮਾਂ ਰਹਾਂਗੀ, ਮੈਂ ਆਪਣੇ ਪਤੀ ਨੂੰ ਆਪਣੀ ਸੱਸ ਅਤੇ ਨਣਦਾਂ ਦੇ ਖਿਲਾਫ ਪੂਰੀ ਤਰ੍ਹਾਂ ਭੜਕਾ ਸਕਦੀ ਹਾਂ। ਇਸ ਸਮੇਂ ਮੇਰੇ ਦਿਮਾਗ ਵਿੱਚ ਬਹੁਤ ਕੁਝ ਚੱਲ ਰਿਹਾ ਸੀ, ਉਹੀ ਸਭ ਕੁਝ ਜੋ ਮੈਂ ਬਚਪਨ ਤੋਂ ਆਪਣੇ ਘਰ ਵਿੱਚ ਦੇਖਦੀ ਆਈ ਹਾਂ। ਇਹੀ ਸਭ ਕੁਝ ਹੁਣ ਮੈਂ ਆਪਣੇ ਸਹੁਰਿਆਂ ਵਿੱਚ ਚਾਹੁੰਦੀ ਸੀ।
ਮੇਰੀ ਮਾਂ ਨੇ ਵੀ ਆਪਣੀ ਸੱਸ ਨੂੰ ਇਸੇ ਤਰ੍ਹਾਂ ਕਿਨਾਰੇ ਲਗਾਇਆ ਸੀ। ਸਾਡੀ ਕੋਈ ਵੀ ਭੂਆ ਸਾਡੇ ਘਰ ਨਹੀਂ ਆ ਸਕਦੀ ਸੀ ਅਤੇ ਨਾ ਹੀ ਮੇਰੇ ਪਾਪਾ ਕਿਸੇ ਵੀ ਭੂਆ ਨੂੰ ਮਿਲਣ ਜਾ ਸਕਦੇ ਸੀ। ਜੇਕਰ ਪਾਪਾ ਭੂਆ ਨੂੰ ਮਿਲਣ ਲਈ ਚਲੇ ਜਾਂਦੇ ਤਾਂ ਮੰਮੀ ਪਾਪਾ ਨਾਲ ਬਹੁਤ ਝਗੜਾ ਕਰਦੀ ਸੀ। ਇਸ ਲਈ ਹੌਲੀ-ਹੌਲੀ ਸਾਡੀ ਹਰ ਰਿਸ਼ਤੇਦਾਰ ਨਾਲ ਬੋਲਚਾਲ ਬੰਦ ਹੋ ਗਈ ਅਤੇ ਹੁਣ ਮੰਮੀ ਤੇ ਅਸੀਂ ਬੱਚੇ ਹੀ ਰਹਿ ਗਏ ਸੀ। ਮੈਂ ਵੀ ਆਪਣੀ ਜ਼ਿੰਦਗੀ ਵਿੱਚ ਅਜਿਹਾ ਹੀ ਸਕੂਨ ਚਾਹੁੰਦੀ ਸੀ। ਨਾ ਸੱਸ ਦਾ ਝੰਜਟ, ਨਾ ਨਣਦਾਂ ਦੀ ਪਰੇਸ਼ਾਨੀ। ਮੇਰੇ ਲਈ ਸਹੁਰਿਆਂ ਦੇ ਰਿਸ਼ਤੇ ਸਿਰਫ ਤੇ ਸਿਰਫ ਪਰੇਸ਼ਾਨੀ ਹੀ ਸਨ। ਮੈਂ ਬਹੁਤ ਤੇਜ਼ੀ ਨਾਲ ਪੈਸੇ ਜੋੜਨੇ ਸ਼ੁਰੂ ਕਰ ਦਿੱਤੇ ਸੀ। ਘਰ ਦਾ ਖਰਚਾ ਵੀ ਬਹੁਤ ਹੱਥ ਰੋਕ ਕੇ ਮੰਮੀ ਨੂੰ ਚਲਾਉਣ ਦੇ ਰਹੀ ਸੀ ਅਤੇ ਸਾਰੇ ਪੈਸੇ ਜਮ੍ਹਾਂ ਕਰ ਲੈਂਦੀ। ਮੇਰੀ ਸੱਸ ਬਹੁਤ ਹੈਰਾਨ ਸੀ ਕਿ ਮੈਨੂੰ ਅਚਾਨਕ ਹੀ ਪੈਸੇ ਬਚਾਉਣ ਦਾ ਖਿਆਲ ਕਿੱਥੋਂ ਆਇਆ, ਕਿਉਂਕਿ ਮੈਂ ਤਾਂ ਹੱਦ ਤੋਂ ਜ਼ਿਆਦਾ ਪੈਸੇ ਉਡਾਇਆ ਕਰਦੀ ਸੀ। ਫਿਰ ਮੈਂ ਆਪਣਾ ਵੀਜ਼ਾ ਵੀ ਲਗਵਾਇਆ ਅਤੇ ਪਾਸਪੋਰਟ ਵੀ ਬਣਵਾ ਲਿਆ। ਮੈਂ ਇਹ ਸਭ ਕੁਝ ਖੁਦ ਹੀ ਚੁੱਪਚਾਪ ਕੀਤਾ। ਫਿਰ ਜਿਸ ਦਿਨ ਮੈਂ ਘਰੋਂ ਤੁਰਨਾ ਸੀ, ਉਸ ਦਿਨ ਮੈਂ ਆਪਣੀ ਸੱਸ ਨੂੰ ਕਹਿ ਦਿੱਤਾ ਕਿ ਮੈਂ ਆਪਣੀ ਮੰਮੀ ਦੇ ਘਰ ਰਹਿਣ ਲਈ ਜਾ ਰਹੀ ਹਾਂ। ਮੇਰੀ ਸੱਸ ਮੇਰੀ ਕਿਸੇ ਵੀ ਗੱਲ 'ਤੇ ਕੋਈ ਇਤਰਾਜ਼ ਨਹੀਂ ਕਰਦੀ ਸੀ। ਇਸ ਲਈ ਉਸਨੇ ਕਿਹਾ ਠੀਕ ਹੈ। ਮੈਂ ਆਪਣੀ ਮੰਮੀ ਨੂੰ ਦੱਸ ਕੇ ਏਅਰਪੋਰਟ 'ਤੇ ਪਹੁੰਚ ਗਈ। ਫਿਰ ਮੈਂ ਉੱਥੋਂ ਫਲਾਈਟ ਲੈ ਕੇ ਸਿੱਧਾ ਦੁਬਈ ਏਅਰਪੋਰਟ ਤੋਂ ਬਾਹਰ ਨਿਕਲ ਕੇ ਮੈਂ ਟੈਕਸੀ ਲਈ ਅਤੇ ਉਹ ਪਤਾ ਟੈਕਸੀ ਡਰਾਈਵਰ ਨੂੰ ਫੜਾ ਦਿੱਤਾ ਜੋ ਮੇਰੇ ਪਤੀ ਦਾ ਸੀ ਅਤੇ ਜੋ ਮੈਨੂੰ ਹਮੇਸ਼ਾ ਤੋਂ ਹੀ ਪਤਾ ਸੀ। ਉਸ ਟੈਕਸੀ ਡਰਾਈਵਰ ਨੇ ਮੈਨੂੰ ਪੂਰੇ 1 ਘੰਟੇ ਵਿੱਚ ਉੱਥੇ ਪਹੁੰਚਾਇਆ। ਉਹ ਇੱਕ ਫਲੈਟ ਟਾਈਪ ਬਿਲਡਿੰਗ ਸੀ। ਮੈਂ ਉਸਦੇ ਰੂਮ ਨੰਬਰ 17 ਵਿੱਚ ਜਾਣਾ ਸੀ। ਮੈਂ ਮਨ ਹੀ ਮਨ ਬਹੁਤ ਖੁਸ਼ ਸੀ ਕਿ ਜੇਕਰ ਮੇਰਾ ਪਤੀ ਮੈਨੂੰ ਦੇਖੇਗਾ ਤਾਂ ਮੈਨੂੰ ਦੇਖ ਕੇ ਬਹੁਤ ਜ਼ਿਆਦਾ ਖੁਸ਼ ਹੋ ਜਾਵੇਗਾ। ਕਾਫੀ ਲੰਬੇ ਅਰਸੇ ਬਾਅਦ ਅਸੀਂ ਇੱਕ ਦੂਜੇ ਦੇ ਨਾਲ ਇਕੱਲੇ ਵਿੱਚ ਚੰਗਾ ਵਕਤ ਗੁਜ਼ਾਰਾਂਗੇ ਅਤੇ ਮੈਂ ਉਸ ਨੂੰ ਉਸਦੇ ਘਰ ਵਾਲਿਆਂ ਦੇ ਖਿਲਾਫ ਭੜਕਾ ਕੇ ਉਸਦੇ ਬਾਕੀ ਪੈਸੇ ਵੀ ਮੈਂ ਆਪਣੇ ਹੀ ਅਕਾਊਂਟ ਵਿੱਚ ਮੰਗਵਾਇਆ ਕਰਾਂਗੀ। ਦਰਅਸਲ ਮੇਰੇ ਪਤੀ ਘਰ ਦੇ ਖਰਚੇ ਲਈ ਪੈਸੇ ਮੇਰੀ ਸੱਸ ਦੇ ਅਕਾਊਂਟ ਵਿੱਚ ਭੇਜਦੇ ਸਨ, ਜਦੋਂ ਕਿ ਮੇਰੇ ਪੈਸੇ ਸਿਰਫ ਮੇਰੇ ਅਕਾਊਂਟ ਵਿੱਚ ਭੇਜਦੇ ਸੀ। ਮੈਂ ਚਾਹੁੰਦੀ ਸੀ ਕਿ ਹੁਣ ਘਰ ਦੇ ਖਰਚੇ ਵਾਲੇ ਪੈਸੇ ਵੀ ਮੇਰੇ ਅਕਾਊਂਟ ਵਿੱਚ ਹੀ ਆਇਆ ਕਰਨ। ਮੈਂ ਲਿਫਟ ਦੇ ਜ਼ਰੀਏ ਉੱਪਰ ਪਹੁੰਚੀ, ਜਿੱਥੇ ਦੂਜਾ ਫਲੈਟ ਸੀ। ਮੇਰਾ ਦਿਲ ਤੇਜ਼-ਤੇਜ਼ ਧੜਕ ਰਿਹਾ ਸੀ। ਨਾ ਜਾਣੇ ਸਮਰ ਮੈਨੂੰ ਦੇਖ ਕੇ ਕਿਸ ਤਰ੍ਹਾਂ ਦਾ ਰਿਐਕਟ ਕਰੇਗਾ, ਕਿਉਂਕਿ ਇਸ ਬਾਰੇ ਵਿੱਚ ਮੈਂ ਉਸਨੂੰ ਕੋਈ ਵੀ ਭਿਣਕ ਨਹੀਂ ਲੱਗਣ ਦਿੱਤੀ ਸੀ। ਪਰ ਮੈਨੂੰ ਉਮੀਦ ਸੀ ਕਿ ਉਹ ਖੁਸ਼ ਹੀ ਹੋਵੇਗਾ। ਪਰ ਜਿਵੇਂ ਹੀ ਮੈਂ ਉਸ ਫਲੈਟ ਦੇ ਦਰਵਾਜ਼ੇ ਦੀ ਡੋਰਬੈਲ ਖੜਕਾਈ ਤਾਂ ਜਿਸ ਸ਼ਖਸ ਨੇ ਆ ਕੇ ਦਰਵਾਜ਼ਾ ਖੋਲ੍ਹਿਆ, ਉਸ ਨੂੰ ਦੇਖ ਕੇ ਮੈਂ ਹੈਰਾਨ ਰਹਿ ਗਈ, ਕਿਉਂਕਿ ਉਹ ਮੇਰਾ ਪਤੀ ਨਹੀਂ ਬਲਕਿ ਕੋਈ ਹੋਰ ਸੀ। ਅਤੇ ਮੇਰੀ ਨਜ਼ਰ ਜਿਵੇਂ ਹੀ ਅੰਦਰ ਪਈ ਤਾਂ ਮੇਰੇ ਹੋਸ਼ ਟਿਕਾਣੇ ਆ ਗਏ, ਕਿਉਂਕਿ ਉੱਥੇ ਤਾਂ ਮੇਰੇ ਪਤੀ ਦੇ ਨਾਲ ਪੂਰੇ 9 ਮਰਦ ਹੋਰ ਵੀ ਸਨ। ਉਹ ਇੱਕ ਛੋਟੇ ਜਿਹੇ ਕਮਰੇ ਦਾ ਅਪਾਰਟਮੈਂਟ ਸੀ, ਜਿੱਥੇ ਇਹ 10 ਜਣੇ ਇਕੱਠੇ ਰਹਿੰਦੇ ਸੀ ਅਤੇ ਮੈਂ ਦਰਵਾਜ਼ੇ 'ਤੇ ਖੜੀ ਸੀ। ਮੇਰਾ ਪਤੀ ਜਲਦੀ-ਜਲਦੀ ਮੇਰੇ ਕੋਲ ਆਇਆ ਅਤੇ ਮੈਨੂੰ ਦੇਖ ਕੇ ਮੇਰਾ ਹੱਥ ਫੜ ਕੇ ਉੱਥੋਂ ਦੂਰ ਲੈ ਗਿਆ। ਬਾਹਰ ਇੱਕ ਕੋਨੇ 'ਤੇ ਖੜਾ ਹੋ ਕੇ ਪੁੱਛਣ ਲੱਗਿਆ, ਰੂਬੀ ਤੂੰ ਇੱਥੇ ਕੀ ਕਰ ਰਹੀ ਹੈ? ਕਿਸ ਤੋਂ ਪੁੱਛ ਕੇ ਆਈ ਹੈ? ਘੱਟ ਤੋਂ ਘੱਟ ਇੱਥੇ ਆਉਣ ਤੋਂ ਪਹਿਲਾਂ ਮੈਨੂੰ ਦੱਸ ਤਾਂ ਦਿੰਦੀ। ਹੁਣ ਮੈਂ ਕੀ ਕਰਾਂ? ਤੈਨੂੰ ਰਹਿਣ ਲਈ ਕਿੱਥੇ ਜਗ੍ਹਾ ਦੇਵਾਂ? ਮੇਰੇ ਪਤੀ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿ ਉਹ ਮੇਰੇ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕਰੇ। ਉਹ ਖੁਸ਼ ਹੋਣ ਦੀ ਜਗ੍ਹਾ ਬਹੁਤ ਪਰੇਸ਼ਾਨ ਹੋ ਰਿਹਾ ਸੀ ਅਤੇ ਮੈਂ ਤਾਂ ਬਸ ਵਾਰ-ਵਾਰ ਉਸੇ ਕਮਰੇ ਨੂੰ ਦੇਖ ਰਹੀ ਸੀ, ਜੋ ਬਿਲਕੁਲ ਚਿੜੀਆਘਰ ਦੀ ਤਰ੍ਹਾਂ ਲੱਗ ਰਿਹਾ ਸੀ। ਇੱਕ ਕਮਰੇ ਵਿੱਚ 10 ਬਿਸਤਰ ਲੱਗੇ ਹੋਏ ਸੀ ਅਤੇ ਕਮਰੇ ਵਿੱਚ ਬਹੁਤ ਹੀ ਰੌਲਾ ਪੈ ਰਿਹਾ ਸੀ। ਕੋਈ ਆਪਣੀ ਫੈਮਿਲੀ ਨੂੰ ਵੀਡੀਓ ਕਾਲ ਲਗਾ ਕੇ ਬੈਠਾ ਹੋਇਆ ਸੀ, ਕੋਈ ਹੈੱਡਫੋਨ ਲਗਾ ਕੇ ਗਾਣੇ ਸੁਣ ਰਿਹਾ ਸੀ। ਇਹ ਸਾਰੇ ਪਰਦੇਸੀ ਲੋਕ ਹੀ ਸਨ ਜੋ ਆਪਣੀ ਫੈਮਿਲੀ ਨੂੰ ਸਕੂਨ ਦੇਣ ਲਈ ਸਾਰੇ ਇੱਥੇ ਆਏ ਸਨ ਤੇ ਖੁਦ ਬੇਸਕੂਨ ਦੀ ਜ਼ਿੰਦਗੀ ਗੁਜ਼ਾਰ ਰਹੇ ਸੀ। ਮੈਂ ਤਾਂ ਹੁਣ ਤੱਕ ਇਹੀ ਸਮਝਦੀ ਰਹੀ ਕਿ ਮੇਰਾ ਪਤੀ ਇੱਕ ਵੱਡੇ ਸਾਰੇ ਅਪਾਰਟਮੈਂਟ ਵਿੱਚ ਏਸੀ ਵਾਲੇ ਕਮਰੇ ਵਿੱਚ ਆਰਾਮਦਾਇਕ ਜ਼ਿੰਦਗੀ ਗੁਜ਼ਾਰ ਰਿਹਾ ਹੋਵੇਗਾ। ਪਰ ਇਹ ਸਭ ਕੁਝ ਦੇਖ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੇਰਾ ਪਤੀ ਕਹਿਣ ਲੱਗਿਆ, ਮੈਂ ਇੱਥੇ ਨੌਕਰੀ ਕਰਦਾ ਹਾਂ, ਮੇਰਾ ਕੋਈ ਕਾਰੋਬਾਰ ਨਹੀਂ ਹੈ ਅਤੇ ਮੈਨੂੰ ਜੋ ਵੀ ਪੈਸੇ ਮਿਲਦੇ ਹਨ ਮੈਂ ਇੰਡੀਆ ਭੇਜ ਦਿੰਦਾ ਹਾਂ। ਮੈਂ ਆਪਣੇ ਖੁਦ ਦੇ ਖਰਚੇ ਲਈ ਮੁਸ਼ਕਲ ਨਾਲ ਕੁਝ ਪੈਸੇ ਰੱਖਦਾ ਹਾਂ ਅਤੇ ਜਿਵੇਂ ਵੀ ਕਰਕੇ ਉਹਨਾਂ ਪੈਸਿਆਂ ਨਾਲ ਹੀ ਮੈਂ ਗੁਜ਼ਾਰਾ ਕਰਦਾ ਹਾਂ। ਕਦੇ-ਕਦੇ ਤਾਂ ਮੈਂ 2 ਟਾਈਮ ਦਾ ਖਾਣਾ ਖਾਂਦਾ ਹਾਂ ਅਤੇ 1 ਟਾਈਮ ਦਾ ਖਾਣਾ ਛੱਡ ਦਿੰਦਾ ਹਾਂ, ਖਾਸ ਕਰਕੇ ਉਸ ਦਿਨ ਜਦੋਂ ਤੇਰੀ ਕੋਈ ਖਾਸ ਫਰਮਾਇਸ਼ ਆਈ ਹੋਵੇ। ਤੈਨੂੰ ਕੀ ਲੱਗਦਾ ਹੈ, ਤੈਨੂੰ ਇੱਥੇ ਮੇਰੇ ਕੋਲ ਰੱਖਣ ਲਈ ਆਲੀਸ਼ਾਨ ਕਮਰਾ ਹੋਵੇਗਾ? ਹੁਣ ਮੈਨੂੰ ਦੱਸ ਮੈਂ ਤੈਨੂੰ ਕਿੱਥੇ ਰੱਖਾਂ? ਮੇਰੇ ਕੋਲ ਤਾਂ ਇੰਨੇ ਪੈਸੇ ਵੀ ਨਹੀਂ ਹਨ ਕਿ ਮੈਂ ਹੋਟਲ ਵਿੱਚ ਕੋਈ ਕਮਰਾ ਲੈ ਸਕਾਂ। ਮੇਰਾ ਪਤੀ ਪਰੇਸ਼ਾਨੀ ਵਿੱਚ ਆਪਣਾ ਸਿਰ ਫੜੀ ਖੜਾ ਸੀ ਅਤੇ ਮੇਰੀਆਂ ਅੱਖਾਂ ਵਿੱਚ ਹੰਝੂ ਸਨ। ਮੈਂ ਹਿਚਕਿਚਾਉਂਦੇ ਹੋਏ ਕਿਹਾ, ਸਮਰ, ਤੁਸੀਂ ਤਾਂ ਮੈਨੂੰ ਕਦੇ ਵੀ ਨਹੀਂ ਦੱਸਿਆ ਕਿ ਤੁਸੀਂ ਇਸ ਜਗ੍ਹਾ 'ਤੇ ਰਹਿੰਦੇ ਹੋ ਅਤੇ ਤੁਹਾਡੇ ਨਾਲ ਕਮਰੇ ਵਿੱਚ ਹੋਰ ਵੀ ਇੰਨੇ ਜਣੇ ਰਹਿੰਦੇ ਹਨ। ਸਮਰ ਨੇ ਕਿਹਾ ਕਿ ਤੂੰ ਜਦੋਂ ਵੀ ਮੈਨੂੰ ਫੋਨ ਕਰਦੀ ਸੀ ਤਾਂ ਮੈਂ ਇਸ ਕਮਰੇ ਵਿੱਚੋਂ ਬਾਹਰ ਨਿਕਲ ਕੇ ਤੇਰੇ ਨਾਲ ਗੱਲ ਕਰਦਾ ਸੀ। ਮੈਂ ਨਹੀਂ ਚਾਹੁੰਦਾ ਸੀ
ਕਿ ਤੈਨੂੰ ਮੇਰੀ ਇਸ ਪਰੇਸ਼ਾਨੀ ਦਾ ਅਹਿਸਾਸ ਵੀ ਹੋਵੇ। ਮੈਂ ਤੈਨੂੰ, ਮਾਂ ਨੂੰ ਅਤੇ ਆਪਣੀਆਂ ਭੈਣਾਂ ਨੂੰ ਖੁਸ਼ ਰੱਖਣ ਲਈ ਇੱਥੇ ਆਇਆ ਸੀ। ਆਪਣੀ ਮਾਂ ਅਤੇ ਤੇਰੀ ਜ਼ਿੰਦਗੀ ਨੂੰ ਬਿਹਤਰ ਬਣਾਉਣਾ ਇਹ ਮੇਰੀ ਜ਼ਿੰਮੇਵਾਰੀ ਸੀ। ਇਸ ਲਈ ਮੈਂ ਬਹੁਤ ਸਾਰੀਆਂ ਕੁਰਬਾਨੀਆਂ ਦਿੱਤੀਆਂ ਹਨ। ਆਪਣਾ ਫਿਊਚਰ ਤੁਹਾਡੇ ਲਈ ਖਤਮ ਕਰ ਦਿੱਤਾ ਅਤੇ ਮੈਂ ਇੱਥੇ ਇੱਕ ਮਜ਼ਦੂਰ ਦੀ ਤਰ੍ਹਾਂ ਨੌਕਰੀ ਕਰਦਾ ਹਾਂ। ਪਰ ਪਤਾ ਨਹੀਂ ਕਿਉਂ ਤੈਨੂੰ ਇਹ ਗੱਲ ਕਦੇ ਵੀ ਸਮਝ ਨਹੀਂ ਆਈ। ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ ਅਤੇ ਮੈਨੂੰ ਇਸ ਗੱਲ ਦਾ ਅੱਜ ਅਹਿਸਾਸ ਹੋਇਆ ਸੀ ਕਿ ਮੇਰਾ ਪਤੀ ਸਾਡੇ ਲਈ ਇੱਥੇ ਕਿੰਨੀ ਮਿਹਨਤ ਮਸ਼ੱਕਤ ਕਰ ਰਿਹਾ ਸੀ। ਮੈਂ ਜਲਦੀ ਨਾਲ ਆਪਣੇ ਪਰਸ ਵਿੱਚੋਂ ਕੁਝ ਪੈਸੇ ਕੱਢ ਕੇ ਆਪਣੇ ਪਤੀ ਦੇ ਹੱਥ 'ਤੇ ਰੱਖੇ ਅਤੇ ਕਿਹਾ ਕਿ ਮੈਨੂੰ ਇੱਥੇ ਕਿਸੇ ਹੋਟਲ ਵਿੱਚ ਇੱਕ ਕਮਰਾ ਦਿਲਵਾ ਦੇਵੋ। ਮੈਂ 2-4 ਦਿਨਾਂ ਤੱਕ ਵਾਪਸ ਚਲੀ ਜਾਵਾਂਗੀ। ਜਦੋਂ ਮੇਰੇ ਪਤੀ ਨੇ ਮੇਰੀਆਂ ਅੱਖਾਂ ਵਿੱਚ ਹੰਝੂ ਦੇਖੇ ਤਾਂ ਉਸਨੇ ਮੇਰੇ ਹੰਝੂਆਂ ਨੂੰ ਆਪਣੇ ਹੱਥਾਂ ਨਾਲ ਪੂੰਝਦੇ ਹੋਏ ਕਿਹਾ ਕਿ ਤੂੰ ਪਰੇਸ਼ਾਨ ਨਾ ਹੋ, ਮੈਂ ਕੁਝ ਮੈਨੇਜ ਕਰਦਾ ਹਾਂ। ਹੁਣ ਜਦੋਂ ਤੂੰ ਇੱਥੇ ਆ ਹੀ ਗਈ ਹੈ ਤਾਂ ਘੱਟੋ ਘੱਟ 15-20 ਦਿਨ ਇੱਥੇ ਮੇਰੇ ਕੋਲ ਗੁਜ਼ਾਰ ਕੇ ਜਾਣਾ। ਉਹ ਬਹੁਤ ਮੁਹੱਬਤ ਨਾਲ ਮੁਸਕਰਾ ਕੇ ਮੈਨੂੰ ਦੇਖਣ ਲੱਗਿਆ ਅਤੇ ਉਸਦੀ ਇਸ ਮੁਸਕਰਾਹਟ ਨੇ ਮੈਨੂੰ ਨਵੀਂ ਜ਼ਿੰਦਗੀ ਬਖਸ਼ ਦਿੱਤੀ। ਮੇਰੇ ਸੋਚਣ ਦਾ ਨਜ਼ਰੀਆ ਹੀ ਬਦਲ ਕੇ ਰੱਖ ਦਿੱਤਾ। ਮੈਂ ਜੋ ਇਹ ਸਮਝ ਰਹੀ ਸੀ ਕਿ ਮੇਰਾ ਪਤੀ ਤਾਂ ਇੱਥੇ ਐਸ਼ੋ ਆਰਾਮ ਕਰ ਰਿਹਾ ਹੋਵੇਗਾ, ਉਸ ਦੀ ਮੁਸ਼ੱਕਤ ਨੇ ਮੇਰੇ ਹੋਸ਼ ਉਡਾ ਦਿੱਤੇ ਸਨ। ਮੇਰੇ ਪਤੀ ਨੇ ਨੇੜੇ ਹੀ ਇੱਕ ਛੋਟੇ ਜਿਹੇ ਹੋਟਲ ਵਿੱਚ ਇੱਕ ਕਮਰਾ ਲੈ ਲਿਆ ਤੇ ਕੁਝ ਦਿਨਾਂ ਲਈ ਉਹ ਵੀ ਮੇਰੇ ਨਾਲ ਹੀ ਰਹਿਣ ਲੱਗਿਆ। ਸਵੇਰ ਤੋਂ ਸ਼ਾਮ ਤੱਕ ਜਦੋਂ ਉਹ ਨੌਕਰੀ ਕਰਕੇ ਵਾਪਸ ਆਉਂਦਾ ਤਾਂ ਫਿਰ ਉਹ ਮੈਨੂੰ ਲੈ ਕੇ ਦੁਬਈ ਦੀਆਂ ਸੜਕਾਂ 'ਤੇ ਘੁੰਮਣ ਲਈ ਚਲਾ ਜਾਂਦਾ। ਮੈਂ ਉਸ ਦਾ ਹੱਥ ਫੜ ਕੇ ਖੂਬ ਘੁੰਮਦੀ ਫਿਰਦੀ। ਫਿਰ ਮੇਰੇ ਪਤੀ ਨੇ ਮੈਨੂੰ ਦੱਸਿਆ ਕਿ ਉਹ ਜਦੋਂ ਵੀ ਮੈਨੂੰ ਫ਼ੋਨ 'ਤੇ ਰੋਂਦੀ ਹੋਈ ਨੂੰ ਸੁਣਦਾ ਹੈ ਤਾਂ ਉਹ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਂਦਾ ਹੈ ਅਤੇ ਫਿਰ ਉਹ ਕਈ ਰਾਤਾਂ ਤੱਕ ਸੌਂ ਨਹੀਂ ਪਾਉਂਦਾ। ਉਸ ਦੀ ਇਹ ਗੱਲ ਸੁਣ ਕੇ ਮੈਨੂੰ ਬਹੁਤ ਦੁੱਖ ਪਹੁੰਚਿਆ। ਮੇਰਾ ਜੋ ਪਤੀ ਮੇਰੇ ਲਈ ਇੰਨੀਆਂ ਤਕਲੀਫਾਂ ਉਠਾ ਰਿਹਾ ਸੀ, ਮੈਂ ਉਸ ਦੀ ਨੀਂਦ ਹਰਾਮ ਕਰ ਦਿੱਤੀ ਸੀ। ਮੇਰਾ ਪਤੀ ਚਾਹੁੰਦਾ ਸੀ ਕਿ ਮੈਂ ਉਸ ਦੀ ਬੁੱਢੀ ਮਾਂ ਦੇ ਨਾਲ ਕਿਵੇਂ ਵੀ ਕਰਕੇ ਗੁਜ਼ਾਰਾ ਕਰਾਂ, ਪਰ ਮੈਂ ਆਪਣੇ ਪਤੀ ਨੂੰ ਇਹ ਨਹੀਂ ਦੱਸ ਸਕੀ ਕਿ ਬੁਰੀ ਉਸ ਦੀ ਮਾਂ ਨਹੀਂ, ਮੈਂ ਹਾਂ। ਪਰ ਹੁਣ ਮੇਰਾ ਜ਼ਮੀਰ ਮੈਨੂੰ ਰੌਲਾ ਪਾ ਕੇ ਕਹਿ ਰਿਹਾ ਸੀ ਕਿ ਵਾਕਈ ਹੀ ਮੈਂ ਬਹੁਤ ਬੁਰੀ ਹਾਂ। ਮੈਂ ਆਪਣੀ ਸੱਸ ਨੂੰ ਵੀ ਫ਼ੋਨ ਕਰਕੇ ਦੱਸ ਦਿੱਤਾ ਸੀ ਕਿ ਮੈਂ ਇੱਥੇ ਹਾਂ ਅਤੇ ਮੈਂ ਉਸ ਤੋਂ ਮਾफ़ੀ ਵੀ ਮੰਗੀ ਕਿ ਮੈਂ ਉਸ ਨੂੰ ਬਿਨਾਂ ਦੱਸੇ ਇੱਥੇ ਆ ਗਈ। ਮੇਰੀ ਸੱਸ ਨੇ ਮੈਨੂੰ ਇਸ ਗੱਲ ਲਈ ਕੁਝ ਵੀ ਨਾ ਕਿਹਾ, ਬਸ ਉਸਨੇ ਤਾਂ ਇਹੀ ਕਿਹਾ ਕਿ ਮੇਰਾ ਬੇਟਾ ਤੈਨੂੰ ਦੇਖ ਕੇ ਖੁਸ਼ ਹੋ ਗਿਆ ਹੋਵੇਗਾ ਅਤੇ ਮੈਂ ਤਾਂ ਬਸ ਆਪਣੇ ਬੇਟੇ ਦੀ ਖੁਸ਼ੀ ਚਾਹੁੰਦੀ ਹਾਂ। ਮੈਨੂੰ ਅਹਿਸਾਸ ਹੋਇਆ ਕਿ ਮੇਰੀ ਸੱਸ ਕਿੰਨੀ ਚੰਗੀ ਔਰਤ ਹੈ। ਇੰਨਾ ਕੁਝ ਹੋ ਜਾਣ ਦੇ ਬਾਵਜੂਦ ਵੀ ਉਸਨੇ ਮੈਨੂੰ ਕਦੇ ਵੀ ਬੁਰਾ ਨਹੀਂ ਕਿਹਾ ਸੀ। ਮੈਂ 15 ਦਿਨ ਆਪਣੇ ਪਤੀ ਕੋਲ ਰਹਿਣ ਤੋਂ ਬਾਅਦ ਵਾਪਸ ਆਈ ਤਾਂ ਮੈਂ ਸੋਚ ਲਿਆ ਸੀ ਕਿ ਹੁਣ ਕਦੇ ਵੀ ਆਪਣੇ ਪਤੀ ਨੂੰ ਕੋਈ ਫਰਮਾਇਸ਼ ਨਹੀਂ ਕਰਾਂਗੀ, ਨਾ ਹੀ ਉਹਨਾਂ ਨੂੰ ਪਰੇਸ਼ਾਨ ਕਰਾਂਗੀ, ਬਲਕਿ ਉਸ ਦੀ ਮਿਹਨਤ ਦੀ ਕਮਾਈ ਨੂੰ ਬਚਾਉਣ ਦੀ ਕੋਸ਼ਿਸ਼ ਕਰਾਂਗੀ। ਮੈਂ ਆਪਣੀ ਸੱਸ ਦੇ ਨਾਲ ਵੀ ਆਪਣਾ ਰਵੱਈਆ ਚੰਗਾ ਕਰ ਲਿਆ ਸੀ ਅਤੇ ਸਾਡੇ ਘਰ ਦਾ ਮਾਹੌਲ ਹੁਣ ਖੁਦ ਬ ਖੁਦ ਹੀ ਬਿਹਤਰ ਹੋ ਗਿਆ ਸੀ। ਮੇਰੇ ਵਾਪਸ ਆਉਣ ਦੇ ਥੋੜ੍ਹੇ ਦਿਨਾਂ ਬਾਅਦ ਹੀ ਮੇਰੀ ਮਾਂ ਨੇ ਮੇਰੇ ਭਰਾ ਦਾ ਵਿਆਹ ਕਰ ਦਿੱਤਾ ਸੀ ਅਤੇ ਜਦੋਂ ਵਿਆਹ ਤੋਂ ਕੁਝ ਦਿਨ ਬਾਅਦ ਮੈਂ ਬਹੁਤ ਸਾਰੇ ਫਰੂਟ ਵਗੈਰਾ ਲੈ ਕੇ ਆਪਣੇ ਪੇਕੇ ਗਈ ਤਾਂ ਕਿ ਭਾਬੀ ਨਾਲ ਮਿਲ ਬੈਠ ਕੇ ਬਹੁਤ ਸਾਰਾ ਫਰੂਟ ਚਾਟ ਖਾਵਾਂਗੇ, ਕਿਉਂਕਿ ਮੈਨੂੰ ਫਰੂਟ ਚਾਟ ਬਹੁਤ ਪਸੰਦ ਸੀ। ਮੇਰੀ ਮਾਂ ਨੇ ਮੈਨੂੰ ਦੱਸਿਆ ਕਿ ਭਾਬੀ ਕਮਰੇ ਵਿੱਚ ਹੈ। ਮੈਂ ਜਦੋਂ ਜਾ ਕੇ ਭਾਬੀ ਨੂੰ ਆਵਾਜ਼ ਦਿੱਤੀ ਤਾਂ ਉਹ ਗੁੱਸੇ ਨਾਲ ਕਮਰੇ ਵਿੱਚੋਂ ਬਾਹਰ ਆਈ ਅਤੇ ਮੈਨੂੰ ਕਹਿਣ ਲੱਗੀ ਕਿ ਮੂੰਹ ਚੁੱਕ ਕੇ ਵਾਰ-ਵਾਰ ਸਾਡੇ ਘਰ ਆ ਜਾਂਦੀ ਹੈ। ਹਾਂ ਦੱਸ ਕੀ ਕੰਮ ਹੈ? ਮੈਂ ਹਕਲਾਉਂਦੇ ਜਿਹੇ ਕਿਹਾ। ਭਾਬੀ ਆਪਾਂ ਫਰੂਟ ਚਾਟ ਬਣਾ ਕੇ ਖਾਂਦੇ ਹਾਂ। ਤਾਂ ਉਹ ਨਫ਼ਰਤ ਨਾਲ ਕਹਿਣ ਲੱਗੀ, ਤੇਰੇ ਭਰਾ ਦੇ ਹਰਾਮ ਦੇ ਪੈਸੇ ਨਹੀਂ ਹਨ ਜੋ ਤੇਰੀ ਮਾਂ ਨੇ ਤੈਨੂੰ ਇੰਨੇ ਫਰੂਟ ਮੰਗਵਾ ਕੇ ਦੇ ਦਿੱਤੇ ਅਤੇ ਹੁਣ ਤੈਨੂੰ ਫਰੂਟ ਚਾਟ ਖਾਣ ਦੀ ਸੁੱਝ ਰਹੀ ਹੈ। ਮੇਰੇ ਪਤੀ ਦੀ ਮਿਹਨਤ ਦਾ ਪੈਸਾ ਹੈ। ਭਾਬੀ ਦੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ, ਕਿਉਂਕਿ ਹਮੇਸ਼ਾ ਦੀ ਤਰ੍ਹਾਂ ਫਰੂਟ ਵਗੈਰਾ ਮੈਂ ਖੁਦ ਹੀ ਲੈ ਕੇ ਆਈ ਸੀ। ਪਰ ਮੇਰੀ ਭਾਬੀ ਨੂੰ ਇਸ ਗੱਲ ਦਾ ਯਕੀਨ ਨਹੀਂ ਆਇਆ ਸੀ। ਉਹ ਓਨੇ ਪੈਰੀ ਵਾਪਸ ਆਪਣੇ ਕਮਰੇ ਵਿੱਚ ਚਲੀ ਗਈ ਅਤੇ ਕਮਰੇ ਵਿੱਚ ਜਾ ਕੇ ਉਹ ਭਰਾ ਕੋਲ ਮੇਰੀ ਸ਼ਿਕਾਇਤ ਕਰ ਰਹੀ ਸੀ। ਥੋੜ੍ਹੀ ਦੇਰ ਬਾਅਦ ਭਰਾ ਨੇ ਆ ਕੇ ਮੈਨੂੰ ਘੂਰਦੀਆਂ ਨਜ਼ਰਾਂ ਨਾਲ ਦੇਖਿਆ। ਮੈਨੂੰ ਕਹਿਣ ਲੱਗਿਆ ਕਿ ਜਦੋਂ ਵੀ ਤੂੰ ਸਾਡੇ ਘਰ ਵਿੱਚ ਆਉਂਦੀ ਹੈ ਤਾਂ ਸਾਡੇ ਘਰ ਦਾ ਮਾਹੌਲ ਖਰਾਬ ਹੋ ਜਾਂਦਾ ਹੈ। ਨਾ ਤੂੰ ਆਪਣੇ ਸਹੁਰਿਆਂ ਨੂੰ ਸਕੂਨ ਦਿੱਤਾ ਅਤੇ ਨਾ ਹੀ ਤੂੰ ਸਾਨੂੰ ਸਕੂਨ ਨਾਲ ਰਹਿਣ ਦੇਣਾ ਚਾਹੁੰਦੀ ਹੈ। ਤੂੰ ਤਾਂ ਆਪਣੇ ਪਤੀ ਦੀ ਕਮਾਈ ਨੂੰ ਵੀ ਬਰਬਾਦ ਕਰ ਦਿੱਤਾ। ਹੁਣ ਤੂੰ ਮੇਰਾ ਘਰ ਬਰਬਾਦ ਨਾ ਕਰ ਅਤੇ ਜੇ ਹੋ ਸਕੇ ਤਾਂ ਤੂੰ ਇੱਥੇ ਨਾ ਆਇਆ ਕਰ। ਇਹ ਸਭ ਸੁਣ ਕੇ ਮੇਰਾ ਦਿਲ ਇੱਕਦਮ ਬੈਠ ਜਿਹਾ ਗਿਆ। ਮੈਨੂੰ ਉਹ ਵਕਤ ਯਾਦ ਆਇਆ ਜਦੋਂ ਮੈਂ ਵੀ ਆਪਣੀ ਨਣਦ ਰਜਨੀ ਨੂੰ ਬੇਇੱਜ਼ਤ ਕਰਕੇ ਘਰੋਂ ਕੱਢਿਆ ਸੀ ਅਤੇ ਹੁਣ ਸਮੇਂ ਨੇ ਪਲਟ ਕੇ ਉਹੀ ਮੈਨੂੰ ਵਾਪਸ ਦੇ ਦਿੱਤਾ ਕਿ ਅੱਜ ਮੈਨੂੰ ਮੇਰਾ ਭਰਾ ਘਰੋਂ ਜਾਣ ਲਈ ਕਹਿ ਰਿਹਾ ਸੀ। ਮੈਂ ਚੁੱਪਚਾਪ ਆਪਣੇ ਪੇਕੇ ਘਰੋਂ ਆਪਣੇ ਸਹੁਰੇ ਘਰ ਆ ਗਈ। ਜਦੋਂ ਮੇਰੀ ਸੱਸ ਨੇ ਮੈਨੂੰ ਦੇਖਿਆ ਤਾਂ ਉਹ ਮੈਨੂੰ ਕਹਿਣ ਲੱਗੀ, ਕੀ ਹੋਇਆ ਬਹੂ, ਤੂੰ ਇੰਨੀ ਜਲਦੀ ਵਾਪਸ ਆ ਗਈ? ਮੈਂ ਆਪਣੀ ਸੱਸ ਨੂੰ ਕਿਹਾ
ਕਿ ਮੰਮੀ ਜੀ ਤੁਸੀਂ ਤਿਆਰ ਹੋ ਜਾਓ, ਆਪਾਂ ਰਜਨੀ ਦੀਦੀ ਦੇ ਘਰ ਜਾ ਰਹੇ ਹਾਂ। ਬਹੁਤ ਸਮਾਂ ਹੋ ਗਿਆ ਉਹ ਸਾਡੇ ਘਰ ਨਹੀਂ ਆਈ। ਘਰ ਬਹੁਤ ਸੁੰਨਾ-ਸੁੰਨਾ ਜਿਹਾ ਲੱਗਦਾ ਹੈ। ਰਜਨੀ ਅਤੇ ਉਸਦੇ ਬੱਚੇ ਆਉਣਗੇ ਤਾਂ ਖੂਬ ਰੌਣਕ ਹੋਵੇਗੀ ਅਤੇ ਆਪਾਂ ਪ੍ਰੀਤ ਨੂੰ ਵੀ ਬੁਲਾ ਲਵਾਂਗੇ। ਮੇਰੀ ਗੱਲ ਸੁਣ ਕੇ ਮੇਰੀ ਸੱਸ ਨੇ ਮੇਰੇ ਵੱਲ ਹੈਰਾਨੀ ਭਰੀ ਨਜ਼ਰਾਂ ਨਾਲ ਵੇਖਿਆ, ਪਰ ਮੈਂ ਫੌਰਨ ਹੀ ਉਸ ਨੂੰ ਉਸਦੇ ਕੱਪੜੇ ਕੱਢ ਕੇ ਦਿੱਤੇ ਅਤੇ ਕਿਹਾ ਕਿ ਮੰਮੀ ਜੀ ਤਿਆਰ ਹੋ ਜਾਓ। ਕੀ ਸਾਰਾ ਟਾਈਮ ਮੈਨੂੰ ਦੇਖਣ ਵਿੱਚ ਹੀ ਕੱਢ ਦੇਵੋਗੇ? ਮੇਰੀ ਸੱਸ ਖੁਸ਼ੀ ਵਿੱਚ ਮੁਸਕਰਾਈ ਅਤੇ ਜਲਦੀ ਨਾਲ ਤਿਆਰ ਹੋ ਕੇ ਆ ਗਈ। ਥੋੜ੍ਹੀ ਦੇਰ ਬਾਅਦ ਅਸੀਂ ਟੈਕਸੀ ਵਿੱਚ ਬੈਠੇ। ਅੱਜ ਮੈਂ ਖੁਦ ਰਜਨੀ ਦੀਦੀ ਨੂੰ ਲੈਣ ਲਈ ਜਾ ਰਹੀ ਸੀ। ਮੈਂ ਟੈਕਸੀ ਵਾਲੇ ਨੂੰ ਕਹਿ ਦਿੱਤਾ ਸੀ ਕਿ ਰਸਤੇ ਵਿੱਚ ਜਿੱਥੇ ਚੰਗੇ ਜਿਹੇ ਫਰੂਟ ਹੋਣ ਉੱਥੇ ਰੋਕ ਲੈਣਾ। ਮੈਂ ਆਪਣੀ ਨਣਦ ਦੇ ਘਰ ਖਾਲੀ ਹੱਥ ਨਹੀਂ ਜਾਣਾ ਚਾਹੁੰਦੀ ਸੀ, ਕਿਉਂਕਿ ਹੁਣ ਮੈਂ ਚੰਗੀ ਤਰ੍ਹਾਂ ਜਾਣ ਚੁੱਕੀ ਸੀ ਕਿ ਔਰਤ ਦਾ ਅਸਲੀ ਘਰ ਅਤੇ ਅਸਲੀ ਖੁਸ਼ੀਆਂ ਕਿਹੜੀਆਂ ਹਨ। ਦੋਸਤੋ, ਜੇਕਰ ਤੁਹਾਨੂੰ ਇਹ ਕਹਾਣੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਅਤੇ ਇਸ ਵੀਡੀਓ ਨੂੰ ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰਨਾ। ਅਤੇ ਹਾਂ ਦੋਸਤੋ, ਜੇਕਰ ਤੁਸੀਂ ਸਾਡੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲੈਣਾ। ਦੋਸਤੋ, ਜਲਦੀ ਹੀ ਮਿਲਦੇ ਹਾਂ ਨਵੀਂ ਅਤੇ ਦਿਲਚਸਪ ਕਹਾਣੀ ਦੇ ਨਾਲ। ਧੰਨਵਾਦ ਜੀ।